ਸਤਿ ਸ਼੍ਰੀ ਅਕਾਲ ਦੋਸਤੋ, ਰੇਸ ਅਕੈਡਮੀ ऑफिशियल ਤੇ ਤੁਹਾਡਾ ਬਹੁਤ ਸਵਾਗਤ ਹੈ। ਅੱਜ ਆਪਾਂ ਮਿਕਸ ਜੀਕੇ ਦੀ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਤਾਂ ਉਹਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਤਾਂ ਪਹਿਲਾਂ ਮੈਂ ਇਸ ਤੋਂ ਪੰਜਾਬ ਜੀਕੇ ਦੀ ਮੌਕ ਟੈਸਟ ਸੀਰੀਜ਼ ਚਲਾਈ ਸੀ। ਸੋ ਉਹਦੇ ਵਿੱਚ ਮੈਂ 400 ਤੋਂ 500 ਕੁਐਸਚਨ ਨੇ ਜਿਹੜੇ ਤੁਹਾਨੂੰ ਡਾਇਰੈਕਟਲੀ ਤੇ ਇਨਡਾਇਰੈਕਟਲੀ ਦੱਸ ਚੁੱਕੇ ਹਾਂ ਜੀ। ਠੀਕ ਹੈ, ਤਾਂ ਪਹਿਲਾਂ ਜੇ ਕਿਸੇ ਨੇ ਰਿਪੀਟ ਕਰਨੀ ਹੈ ਤੇ ਰਿਵੀਜ਼ਨ ਕਰਨੀ ਹੈ ਤਾਂ ਉੱਥੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ। ਤਾਂ ਹੁਣ ਮੈਂ ਜਿਹੜੀ ਇਹ ਮਿਕਸ ਜੀਕੇ ਦੀ ਮੌਕ ਟੈਸਟ ਸੀਰੀਜ਼ ਚਲਾਈ ਹੈ, ਇਹਦੇ ਵਿੱਚ ਤੁਹਾਨੂੰ ਪੰਜਾਬ ਜੀਕੇ ਦੇ ਵੀ ਕੁਐਸਚਨਸ ਦੇਖਣ ਨੂੰ ਮਿਲਣਗੇ ਅਤੇ ਮੈਰਾਥਨ ਕਲਾਸਿਸ ਵੀ ਦੇਖਣ ਨੂੰ ਮਿਲਣਗੀਆਂ। ਤਾਂ ਜੇਕਰ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ, ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਹਰ ਇੱਕ ਬੱਚਾ ਕਮੈਂਟ ਕਰਕੇ ਜਾਇਆ ਕਰੋ ਪਲੀਜ਼। ਤੁਹਾਡੇ ਕਮੈਂਟ ਨੇ ਜਿਹੜੇ ਉਹ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੇ ਨੇ ਅਤੇ ਤੁਹਾਡੀ ਸਪੋਰਟ ਹੈ ਜਿਹੜੀ ਉਹੀ ਸਾਰਿਆਂ ਨਾਲੋਂ ਵੱਡੀ ਹੈ ਜੀ। ਸੋ ਇੰਨੀ ਕੁ ਮਿਹਨਤ ਕਰ ਰਹੇ ਹਾਂ। ਤਾਂ ਜੇਕਰ ਸੈਸ਼ਨ ਵਧੀਆ ਲੱਗਦੇ ਨੇ ਤਾਂ ਜ਼ਰੂਰ ਲਾਈਕ ਅਤੇ ਕੌਮੈਂਟ ਜ਼ਰੂਰ ਕਰਕੇ ਜਾਇਆ ਕਰੋ ਅਤੇ ਆਪਦੇ ਜਿਹੜੇ ਵਿਊਜ਼ ਨੇ ਉਹ ਦੇ ਕੇ ਜਾਇਆ ਕਰੋ। ਤੁਹਾਨੂੰ ਇੰਨੀ ਕੁ ਜ਼ਿਆਦਾ ਰਿਪੀਟ ਅਤੇ ਰਿਵੀਜ਼ਨ ਕਰਵਾ ਦੂੰਗਾ ਕਿ ਤੁਹਾਡੇ ਪੇਪਰਾਂ ਦੇ ਵਿੱਚ ਕੀ ਹੈ ਜੀ, ਤੁਹਾਨੂੰ ਪੱਕਾ ਰਿਜ਼ਲਟ ਮਿਲੂਗਾ। ਸੋ ਪਲੀਜ਼ ਇਸ ਚੀਜ਼ ਨੂੰ ਚੰਗੀ ਤਰ੍ਹਾਂ ਮਿਹਨਤ ਦੇ ਨਾਲ ਪੜ੍ਹਨਾ ਹੈਗਾ। ਠੀਕ ਹੈ, ਹਰ ਇੱਕ ਗੱਲ ਜੇ ਕੋਈ ਨਵੀਂ ਪਤਾ ਲੱਗਦੀ ਹੈ ਤਾਂ ਉਹ ਜ਼ਰੂਰ ਸਿੱਖਣੀ ਹੈ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਨੇਮ ਦਾ ਵਾਈਸ ਪ੍ਰੈਜ਼ੀਡੈਂਟ ਹੂ ਡਾਈਡ ਇਨ ਆਫਿਸ। ਕਹਿੰਦਾ ਕੋਈ ਉਪ ਰਾਸ਼ਟਰਪਤੀ ਦੱਸੋ ਜਿਨ੍ਹਾਂ ਦੀ ਕਾਰਜਕਾਲ ਦੇ ਦੌਰਾਨ ਡੈਥ ਹੋ ਜਾਂਦੀ ਹੈ। ਆਫਿਸ ਦੇ ਦੌਰਾਨ ਕੀ ਹੈ ਜੀ, ਡੈਥ ਹੋ ਜਾਂਦੀ ਹੈ। ਠੀਕ ਹੈ ਜੀ ਗੱਲ। ਤਾਂ ਆਪਾਂ ਚੈੱਕ ਕਰਦੇ ਹਾਂ ਜੀ। ਐਸ ਰਾਧਾ ਕ੍ਰਿਸ਼ਨਨ ਨਹੀਂ ਜੀ, ਇਹ ਵਾਈਸ ਪ੍ਰੈਜ਼ੀਡੈਂਟ ਤਾਂ ਜ਼ਰੂਰ ਸੀਗੇ ਪਰ ਨਹੀਂ, ਇਹ ਇਹਨਾਂ ਦੀ ਆਫਿਸ ਦੇ ਦੌਰਾਨ ਡੈਥ ਨਹੀਂ ਹੋਈ ਹੈਗੀ। ਜ਼ਾਕਿਰ ਹੁਸੈਨ ਇਹ ਆਪਣੇ ਵਾਈਸ ਪ੍ਰੈਜ਼ੀਡੈਂਟ ਨਹੀਂ ਸੀਗੇ ਜੀ। ਠੀਕ ਹੈ, ਤਾਂ ਕ੍ਰਿਸ਼ਨ ਕਾਂਤ ਕੀ ਹੈ ਜੀ, ਇਹਦਾ ਸਹੀ ਆਨਸਰ ਆ ਜੂਗਾ। ਇੰਪੋਰਟੈਂਟ ਹੈ ਬੱਚਿਓ, ਪੇਪਰ ਤੁਹਾਨੂੰ ਸਿੱਧਾ ਕੁਐਸਚਨ ਆਊਗਾ ਜੀ, ਕਿਉਂਕਿ ਬੱਚੇ ਨਾ ਕੀ ਕਰਦੇ ਨੇ ਵਾਇਸ ਨਹੀਂ ਪੜ੍ਹਦੇ ਹੈਗੇ, ਕਈ ਵਾਰ ਪ੍ਰੈਜ਼ੀਡੈਂਟ ਦੇਖ ਕੇ ਆਨਸਰ ਲਾਏ ਹੁੰਦੇ ਨੇ। ਠੀਕ ਹੈ ਜੀ ਗੱਲ। ਕਿਤੇ ਜ਼ਾਕਿਰ ਹੁਸੈਨ ਨਾ ਲਾ ਦਿਓ। ਜ਼ਾਕਿਰ ਹੁਸੈਨ ਬਾਰੇ ਵੀ ਮੈਂ ਤੁਹਾਨੂੰ ਦੱਸਦਾ। ਪਹਿਲਾਂ ਆਪਾਂ ਇਹਦਾ ਜਵਾਬ ਦੱਸ ਦਿੰਦੇ ਹਾਂ। ਉਹ ਕੀ ਹੈ ਜੀ, ਕ੍ਰਿਸ਼ਨ ਕਾਂਤ ਹੈ ਜਿਹੜਾ ਉਹਦੀ ਆਫਿਸ ਦੇ ਦੌਰਾਨ ਕੀ ਹੈ ਜੀ, ਵਾਈਸ ਪ੍ਰੈਜ਼ੀਡੈਂਟ ਸੀ ਜੋ ਉਹਨਾਂ ਦੀ ਡੈਥ ਹੋ ਜਾਂਦੀ ਹੈ। ਠੀਕ ਹੈ ਜੀ। ਵਾਈਸ ਪ੍ਰੈਜ਼ੀਡੈਂਟ ਪੇਪਰ ਦੇ ਵਿੱਚ ਪੁੱਛ ਲੈਣ ਕਿ ਆਰਟੀਕਲ ਕਿਹੜਾ ਹੈ ਤਾਂ ਤੁਸੀਂ ਕਹੋਗੇ ਜੀ ਆਰਟੀਕਲ 63 ਕਿਹਦੀ ਗੱਲ ਕਰਦਾ ਹੈ, ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਦਾ ਹੈ। ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੇ ਹੂ ਇਜ਼ ਦ ਸੈਕਿੰਡ ਸਿਟੀਜ਼ਨ ਆਫ ਇੰਡੀਆ, ਤੁਸੀਂ ਕਹੋਗੇ ਜੀ ਕੌਣ ਹੁੰਦਾ ਹੈਗਾ, ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਹੁਣ ਜੇ ਕਈ ਬੱਚਿਆਂ ਨੂੰ ਸੈਕਿੰਡ ਦਾ ਪਤਾ ਲੱਗ ਗਿਆ ਤਾਂ ਪਹਿਲੀ ਦਾ ਨਹੀਂ ਪਤਾ ਹੁੰਦਾ, ਪਹਿਲਾ ਸਿਟੀਜ਼ਨ ਕੌਣ ਹੁੰਦਾ ਹੈ ਤਾਂ ਉਹ ਕੌਣ ਹੁੰਦਾ ਜੀ, ਪ੍ਰੈਜ਼ੀਡੈਂਟ ਹੁੰਦਾ। ਠੀਕ ਹੈ ਜੀ। ਹੁਣ ਆਪਾਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰ ਰਹੇ ਹਾਂ ਤਾਂ ਵਾਈਸ ਪ੍ਰੈਜ਼ੀਡੈਂਟ ਬਾਰੇ ਮੈਂ ਤੁਹਾਨੂੰ ਜਿਹੜੀਆਂ ਮੇਨ ਗੱਲਾਂ ਪੇਪਰ ਦੇ ਵਿੱਚ ਪੁੱਛਦਾ ਹੈ ਉਹ ਦੱਸਦਾ ਜੀ। ਠੀਕ ਹੈ, ਆਰਟੀਕਲ 63 ਹੈ ਜੀ, ਸੈਕਿੰਡ ਸਿਟੀਜ਼ਨ ਆਫ ਇੰਡੀਆ ਜੀ। ਠੀਕ ਹੈ ਜੀ ਗੱਲ। ਉਦੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਇੱਕ ਕੁਐਸਚਨ ਆ ਜਾਂਦਾ ਕਿ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਕੌਣ ਪਾਰਟਿਸਿਪੇਟ ਕਰਦਾ ਹੈ। ਸਾਰੇ ਮੈਂਬਰ ਲੋਕ ਸਭਾ ਦੇ, ਸਾਰੇ ਮੈਂਬਰ ਰਾਜ ਸਭਾ ਦੇ ਜੀ। ਠੀਕ ਹੈ ਜੀ ਗੱਲ। ਅਤੇ ਪੇਪਰ ਤੁਹਾਨੂੰ ਇੰਪੋਰਟੈਂਟ ਗੱਲ ਹੈ ਜੀ ਕਿ ਸਟੇਟ ਲੈਜਿਸਲੇਚਰ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੀ ਹੈ ਕਿ ਨਹੀਂ ਕਰਦੀ, ਤੁਸੀਂ ਕਹੋਗੇ ਜੀ ਨਹੀਂ ਕਰਦੀ ਹੈਗੀ। ਠੀਕ ਹੈ, ਧਿਆਨ ਰੱਖਿਓ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਸਟੇਟ ਲੈਜਿਸਲੇਚਰ ਪਾਰਟੀਸਪੇਟ ਨਹੀਂ ਕਰਦੀ। ਰਾਜ ਮਤਲਬ ਵਿਧਾਨ ਪਾਲਿਕਾ ਜਿਹੜੀ ਉਹ ਨਹੀਂ ਪਾਰਟੀਸਪੇਟ ਕਰਦੀ। ਪਰ ਜਦੋਂ ਰਾਸ਼ਟਰਪਤੀ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਸਿਰਫ ਅਤੇ ਸਿਰਫ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈਗੀ ਹੈ ਉਹ ਪਾਰਟੀਸਪੇਟ ਕਰਦੀ ਹੈ, ਲੈਜਿਸਲੇਟਿਵ ਕੌਂਸਲ ਨਹੀਂ ਪਾਰਟੀਸਪੇਟ ਕਰਦੀ। ਮਤਲਬ ਵਿਧਾਨ ਸਭਾ ਪਾਰਟੀਸਪੇਟ ਕਰਦੀ ਹੈ, ਵਿਧਾਨ ਪ੍ਰੀਸ਼ਦ ਨਹੀਂ ਪਾਰਟੀਸਪੇਟ ਕਰਦੀ। ਠੀਕ ਹੈ ਜੀ ਗੱਲ। ਧਿਆਨ ਰੱਖਿਓ ਇੱਕ ਕੁਐਸਚਨ ਬਣ ਜਾਂਦਾ, ਦੋਨੇ ਇਕੱਠੇ ਯਾਦ ਰੱਖਣੇ ਆ, ਦੋਨੇ ਚੀਜ਼ਾਂ ਨੂੰ ਕੰਪੇਅਰ ਕਰਕੇ ਯਾਦ ਕਰਿਆ ਕਰੋ। ਪੇਪਰ ਤੁਹਾਨੂੰ ਪੁੱਛੇ ਕਿ ਰਾਸ਼ਟਰਪਤੀ ਦੀ ਜਿਹੜੀ ਜਦੋਂ ਚੋਣ ਹੋਣ ਲੱਗਦੀ ਹੈ, ਠੀਕ ਹੈ ਜੀ, ਤਾਂ ਉਦੋਂ ਜਿਹੜੇ ਨੋਮੀਨੇਟ ਮੈਂਬਰ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ, ਤੁਸੀਂ ਕਹੋਗੇ ਜੀ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਨੋਮੀਨੇਟ ਮੈਂਬਰਸ ਨੇ ਜਿਹੜੇ ਉਹ ਪਾਰਟੀਸਪੇਟ ਨਹੀਂ ਕਰਦੇ ਹੈਗੇ। ਪਰ ਤੁਹਾਨੂੰ ਪੇਪਰ 'ਚ ਪੁੱਛ ਲਏ ਕਿ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਨੋਮੀਨੇਟ ਮੈਂਬਰਸ ਨੇ ਜਿਹੜੇ ਉਹ ਪਾਰਟੀਸਪੇਟ ਕਰਦੇ ਆ, ਤੁਸੀਂ ਕਹੋਗੇ ਜੀ ਬਿਲਕੁਲ ਪਾਰਟੀਸਪੇਟ ਕਰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਜੀ, ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਡਿਸਕਸ ਕਰ ਲੈਂਦੇ ਹਾਂ। ਵਾਈਸ ਪ੍ਰੈਜ਼ੀਡੈਂਟ ਬਾਰੇ ਆਪਾਂ 2-3 ਗੱਲਾਂ ਹੋਰ ਯਾਦ ਰੱਖਾਂਗੇ ਜੀ। ਵਾਈਸ ਪ੍ਰੈਜ਼ੀਡੈਂਟ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਸੀ, ਤੁਸੀਂ ਕਹੋਗੇ ਜੀ ਐਸ ਰਾਧਾ ਕ੍ਰਿਸ਼ਨਨ। ਠੀਕ ਹੈ ਜੀ ਗੱਲ। ਅਤੇ ਲੌਂਗੈਸਟ ਟਨਿਓਰ ਵੀ ਇਹਨਾਂ ਦਾ ਜੀ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਉਦੋਂ ਬਾਅਦ ਆਪਾਂ ਇੱਕ ਕੁਐਸਚਨ ਹੋਰ ਆ ਜਾਂਦਾ ਜੀ, ਆਰਟੀਕਲ 64। ਠੀਕ ਹੈ ਜੀ, 63 ਤੋਂ ਬਾਅਦ 64 ਯਾਦ ਰੱਖਣਾ ਜੀ। ਹੂ ਇਜ਼ ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਪੇਪਰ ਤੁਹਾਨੂੰ ਪੁੱਛ ਲਏ ਜੀ ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ ਕੌਣ ਹੁੰਦਾ ਜੀ, ਤਾਂ ਤੁਸੀਂ ਕਹੋਗੇ ਜੀ ਕੌਣ ਹੁੰਦਾ ਹੈਗਾ, ਵਾਈਸ ਪ੍ਰੈਜ਼ੀਡੈਂਟ ਹੁੰਦਾ ਜੀ। ਐਟ ਪ੍ਰੈਜ਼ੈਂਟ ਸਾਡੇ ਵਾਈਸ ਪ੍ਰੈਜ਼ੀਡੈਂਟ ਕੌਣ ਨੇ ਜੀ, ਵੈਂਕਈਆ ਨਾਇਡੂ ਨੇ। ਠੀਕ ਹੈ ਜੀ ਗੱਲ। ਧਿਆਨ ਰੱਖਿਓ। ਠੀਕ ਹੈ ਜੀ ਗੱਲ। ਤਾਂ ਇਹ ਸਾਰੀਆਂ ਗੱਲਾਂ ਯਾਦ ਰੱਖਣੀਆਂ ਨੇ। ਮੈਂ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਤਾਂ ਦਿੰਦਾ ਕਿਉਂਕਿ ਰੈਪੀਟੀਸ਼ਨ ਜਦੋਂ ਕਰਦੇ ਹੋ ਤੁਸੀਂ ਤਾਂ ਤੁਹਾਡੇ ਕੀ ਹੈ ਜੀ, ਚੀਜ਼ ਉਹ ਪੱਕ ਜਾਂਦੀ ਹੈ। ਸੋ ਮਤਲਬ ਇਹਨੂੰ ਚੰਗੀ ਤਰ੍ਹਾਂ ਇੱਕ ਡੈਡੀਕੇਸ਼ਨ ਦੇ ਨਾਲ ਵੀਡੀਓਜ਼ ਨੇ ਜਿਹੜੀਆਂ ਉਹ ਦੇਖਣੀਆਂ ਨੇ ਤੁਸੀਂ। ਠੀਕ ਹੈ, ਅੱਕਣਾ ਨਹੀਂ ਹੈਗਾ। ਕਈ ਬੱਚੇ ਕੀ ਕਰਦੇ ਨੇ, ਯਾਰ ਸਾਨੂੰ ਕੁਐਸਚਨ ਦੱਸੋ
ਤੇ ਅੱਗੇ ਜਾਓ ਜੀ। ठीक है, नहीं बच्चों ये तरीका नहीं है पढ़न का। जिन्ना बच्चों ने थ्योरी पढ़ी है उन्होंने बच्चों को बिल्कुल ये पढ़ने के बहुत ज़्यादा नज़ारा आ रहा होगा। ठीक है, आप हुण आउने जी गाहां। देखो जी, जे तुहानूं राष्ट्रपति की गल करूँगा, प्रैजीडेंट की, ठीक है जी गल, तुसीं राष्ट्रपति के नाल संबंधित 4 आर्टिकल तो भुल्लने ही नहीं जमा ही, ठीक है, जिहड़े पेपर च पूछे जाते हैं। 52 नंबर आर्टिकल, 54 नंबर आर्टिकल, 58 नंबर आर्टिकल ते 61 नंबर आर्टिकल। 52 दे विच देयर शैल बी प्रेजिडेंट ऑफ इंडिया। 54 दे विच की है जी इलैक्शन ऑफ प्रेजिडेंट। 58 दे विच की है जी क्वालीफिकेशन है। 61 की है जी इंपीचमेंट है। ठीक है जी गल, ध्यान रखोगे ਇੰਨੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਯਾਦ ਰੱਖੋਗੇ। ਉਦੋਂ ਬਾਅਦ ਪੇਪਰ ਤੁਹਾਨੂੰ ਪੁੱਛ ਲਏ ਭਾਰਤ ਦਾ ਪਹਿਲਾ ਰਾਸ਼ਟਰਪਤੀ ਦੱਸੋ, ਤੁਸੀਂ ਕਹੋਗੇ ਜੀ ਰਜਿੰਦਰ ਪ੍ਰਸਾਦ ਸੀਗੇ ਭਾਰਤ ਦੇ ਪਹਿਲੇ ਰਾਸ਼ਟਰਪਤੀ। ਠੀਕ ਹੈ ਜੀ ਗੱਲ। ਤੇ ਉਦੋਂ ਬਾਅਦ ਪੇਪਰ ਦੇ ਵਿੱਚ ਪੁੱਛ ਲੈਣ ਰਜਿੰਦਰ ਪ੍ਰਸਾਦ ਕੌਂਸਟੀਟਿਊਂਟ ਅਸੈਂਬਲੀ ਜਦੋਂ ਬਣੀ ਸੀਗੀ, ਠੀਕ ਹੈ ਜੀ, ਉਹਦੇ ਕੀ ਸੀਗੇ ਜੀ ਪਰਮਾਨੈਂਟ ਪ੍ਰੈਜ਼ੀਡੈਂਟ ਵੀ ਰਹੇ ਨੇ ਜੀ ਕੌਂਸਟੀਟਿਊਂਟ ਅਸੈਂਬਲੀ, ਜਿਹਨੂੰ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਜੀ ਆਪਾਂ ਸੰਵਿਧਾਨਿਕ ਸਭਾ ਕਹਿ ਦਿੰਦੇ ਆ। ਠੀਕ ਹੈ ਜੀ ਗੱਲ। ਤੇ ਟੈਂਪਰੇਰੀ ਪ੍ਰੈਜ਼ੀਡੈਂਟ ਪੁੱਛ ਲੈਣ ਕੌਂਸਟੀਟਿਊਂਟ ਅਸੈਂਬਲੀ ਦੇ ਤਾਂ ਤੁਸੀਂ ਕਹੋਗੇ ਜੀ ਸੱਚਾਨੰਦਾ ਸਿਨਹਾ ਸੀਗੇ। ਠੀਕ ਹੈ, ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ। ਰਜਿੰਦਰ ਪ੍ਰਸਾਦ ਤੋਂ ਬਾਅਦ ਆਪਾਂ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਹੋਰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਨੇ ਜੀ। ਤੁਹਾਨੂੰ ਪੇਪਰ 'ਚ ਕੁਐਸਚਨ ਪੁੱਛ ਲਏ ਕਿ ਫਸਟ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀਗੇ, ਤੁਸੀਂ ਕਹੋਗੇ ਜੀ ਜ਼ਾਕਿਰ ਹੁਸੈਨ ਸੀਗੇ। ਠੀਕ ਹੈ, ਫਸਟ ਮੁਸਲਿਮ ਦੇ ਨਾਂ ਦੇ ਨਾਲ 2-3 ਗੱਲਾਂ ਇਹਨਾਂ ਦੇ ਨਾਲ ਸੰਬੰਧਿਤ ਹੋਰ ਯਾਦ ਰੱਖਣੀਆਂ ਜੀ। ਜ਼ਾਕਿਰ ਹੁਸੈਨ ਦੇ ਨਾਲ, ਜ਼ਾਕਿਰ ਹੁਸੈਨ ਭਾਰਤ ਦੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸੀਗੇ। ਠੀਕ ਹੈ ਜੀ, ਸ਼ਾਰਟੈਸਟ ਟਨਿਓਰ ਇਹਨਾਂ ਦਾ ਜੀ। ਠੀਕ ਹੈ ਜੀ ਗੱਲ। ਤੇ ਡਾਈਡ ਇਨ ਆਫਿਸ, ਭਾਰਤ ਦੇ ਰਾਸ਼ਟਰਪਤੀ ਦੱਸੋ ਜੀ ਜਿਹੜੇ ਕੀ ਹੈ ਜੀ ਆਫਿਸ ਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ। ਤਾਂ ਤਿੰਨੇ ਗੱਲਾਂ ਜ਼ਾਕਿਰ ਹੁਸੈਨ ਦੇ ਨਾਲ ਸੰਬੰਧਿਤ ਯਾਦ ਰੱਖਣੀਆਂ ਨੇ ਜੀ। ਵੀਵੀ ਗਿਰੀ ਨਹੀਂ ਤੁਸੀਂ ਭੁੱਲਣਾ। ਵੀਵੀ ਗਿਰੀ ਫਸਟ ਐਕਟਿੰਗ ਪ੍ਰੈਜ਼ੀਡੈਂਟ ਸੀਗੇ ਕਿਹਦੇ ਭਾਰਤ ਦੇ। ਠੀਕ ਹੈ ਜੀ ਗੱਲ। ਤੁਹਾਨੂੰ ਪੇਪਰ 'ਚ ਪੁੱਛ ਲੈਣ ਕਿ ਭਾਰਤ ਦੇ ਸਾਇੰਟਿਸਟ ਰਾਸ਼ਟਰਪਤੀ ਕੌਣ ਸੀਗੇ, ਤਾਂ ਤੁਸੀਂ ਕਹੋਗੇ ਜੀ APJ ਅਬਦੁੱਲ ਕਲਾਮ ਜੀ ਸੀਗੇ। ਠੀਕ ਹੈ ਜੀ ਗੱਲ। APJ ਅਬਦੁੱਲ ਕਲਾਮ ਨੂੰ ਤੁਸੀਂ ਦੱਸੋਗੇ ਜੀ ਭਾਰਤ ਰਤਨ ਕਦੋਂ ਮਿਲਿਆ। ਠੀਕ ਹੈ ਜੀ ਗੱਲ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈਗਾ। ਇਸ ਤੋਂ ਇਲਾਵਾ ਫਸਟ ਸਿੱਖ ਪ੍ਰੈਜ਼ੀਡੈਂਟ ਆਫ ਇੰਡੀਆ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਕੌਣ ਸੀਗੇ, ਇਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਇਹ ਕੁਐਸਚਨ ਹੈ। ਠੀਕ ਹੈ, ਹੋਰ ਆਪਾਂ ਨੂੰ ਪੇਪਰ ਦੇ ਵਿੱਚ ਪੁੱਛ ਲੈਣ ਫਸਟ ਵੂਮੈਨ ਪ੍ਰੈਜ਼ੀਡੈਂਟ ਆਫ ਇੰਡੀਆ ਤਾਂ ਤੁਸੀਂ ਕਹੋਗੇ ਜੀ ਪ੍ਰਤਿਭਾ ਪਾਟਿਲ। ਪ੍ਰਤਿਭਾ ਪਾਟਿਲ ਯਾਦ ਰੱਖੋਗੇ। ਐਟ ਪ੍ਰੈਜ਼ੈਂਟ ਕੌਣ ਨੇ ਜੀ ਰਾਮਨਾਥ ਕੋਵਿੰਦ। ਠੀਕ ਹੈ, ਤਾਂ ਇੰਨੀਆਂ ਕੁ ਗੱਲਾਂ ਤੁਸੀਂ ਯਾਦ ਰੱਖਿਓ। ਇਹਦਾ ਥਰਡ ਆਪਸ਼ਨ ਹੈ ਜਿਹੜਾ ਕੁਐਸਚਨ ਦਾ ਕੀ ਆ ਜਾਊਗਾ, ਸਹੀ ਆਨਸਰ ਆ ਜਾਊਗਾ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਇਜ਼ ਦਾ ਰੀਅਲ ਐਗਜ਼ੀਕਿਊਟਿਵ, ਅਸਲੀ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ। ਇਨਡਾਇਰੈਕਟਲੀ ਕੁਐਸਚਨ ਇਹ ਪੁੱਛਿਆ ਹੋਇਆ। ਸਟਾਰ ਲਾ ਲਿਓ, ਸਾਰੇ ਕੁਐਸਚਨ ਇੰਪੋਰਟੈਂਟ ਨੇ, ਪੇਪਰਾਂ ਦੇ ਵਿੱਚ ਆਉਣ ਵਾਲੇ ਨੇ। ਠੀਕ ਹੈ ਜੀ ਗੱਲ। ਤਾਂ ਇਹ ਕੁਐਸਚਨ ਵੀ ਪੱਕਾ ਦੇਖਿਆ ਹੀ ਜਾਂਦਾ ਪੇਪਰ ਦੇ ਵਿੱਚ। ਰੀਅਲ ਐਗਜ਼ੀਕਿਊਟਿਵ ਕਿਹਨੂੰ ਕਿਹਾ ਜਾਂਦਾ ਜੀ, ਪ੍ਰੈਜ਼ੀਡੈਂਟ ਨੂੰ ਕਿਹਾ ਜਾਂਦਾ ਨਹੀਂ ਜੀ, ਪ੍ਰਾਈਮ ਮਿਨਿਸਟਰ ਨੂੰ ਕਿਹਾ ਜਾਂਦਾ ਜੀ। ਬਿਲਕੁਲ, ਪ੍ਰਾਈਮ ਮਿਨਿਸਟਰ ਕੀ ਹੁੰਦੇ ਨੇ ਸਾਡੇ ਰੀਅਲ ਐਗਜ਼ੀਕਿਊਟਿਵ ਹੁੰਦੇ ਨੇ, ਅਸਲੀ ਮੁਖੀ ਹੁੰਦੇ ਨੇ। ਠੀਕ ਹੈ ਜੀ ਗੱਲ। ਤੁਸੀਂ ਇੱਕ ਟਰਮ ਨਹੀਂ ਭੁੱਲਣੀ ਹੈਗੀ, ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਦਾ ਜੀ। ਇੱਕ ਹੁੰਦਾ ਜੀ ਡੀ ਫੈਕਟੋ, ਠੀਕ ਹੈ, ਇੱਕ ਹੁੰਦਾ ਜੀ ਡੀ ਜ਼ੁਰੇ। ਡੀ ਫੈਕਟੋ ਹੁੰਦਾ ਜੀ ਅਸਲ ਮੁਖੀ। ਅਸਲ ਮੁਖੀ ਕੌਣ ਹੁੰਦਾ ਜੀ ਆਪਣਾ PM ਹੁੰਦਾ ਗਾ। ਠੀਕ ਹੈ, ਤੇ ਡੀ ਜ਼ੁਰੇ ਸਿਰਫ ਨਾਮ ਦਾ, ਉਹ ਕੌਣ ਹੁੰਦਾ ਜੀ ਪ੍ਰੈਜ਼ੀਡੈਂਟ। ਠੀਕ ਹੈ, ਯਾਦ ਰੱਖੋਗੇ ਰਾਸ਼ਟਰਪਤੀ। ਠੀਕ ਹੈ ਜੀ ਗੱਲ। ਉਦੋਂ ਬਾਅਦ ਨੋਮੀਨਲ ਐਗਜ਼ੀਕਿਊਟਿਵ ਕੌਣ ਹੁੰਦਾ ਜੀ ਪ੍ਰੈਜ਼ੀਡੈਂਟ ਹੁੰਦਾ। ਰੀਅਲ ਐਗਜ਼ੀਕਿਊਟਿਵ ਕੌਣ ਹੁੰਦਾ ਜੀ ਪ੍ਰਾਈਮ ਮਿਨਿਸਟਰ ਹੁੰਦਾ ਜੀ। ਐਟ ਪ੍ਰੈਜ਼ੈਂਟ ਸਾਡੇ ਪ੍ਰਾਈਮ ਮਿਨਿਸਟਰ ਕੌਣ ਨੇ ਜੀ ਨਰਿੰਦਰ ਦਮੋਦਰ ਦਾਸ ਮੋਦੀ ਨੇ। ਠੀਕ ਹੈ ਜੀ ਗੱਲ। ਐਟ ਪ੍ਰੈਜ਼ੈਂਟ ਜਿਹੜੀ ਲੋਕ ਸਭਾ ਚੱਲੀ ਜਾਂਦੀ ਹੈ ਉਹ ਕਿੰਨਵੇਂ ਨੰਬਰ ਦੀ ਹੈ ਜੀ 17ਵੇਂ ਨੰਬਰ ਦੀ ਹੈ। ਠੀਕ ਹੈ ਜੀ ਗੱਲ। ਪ੍ਰਾਈਮ ਮਿਨਿਸਟਰ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਜੀ ਕਿ ਇਲੈਕਟ ਕੀਤਾ ਜਾਂਦਾ ਕਿ ਅਪੋਇੰਟ ਕੀਤਾ ਜਾਂਦਾ ਹੈ। ਬੱਚੇ ਬਹੁਤ ਸਾਰੇ ਇਹ ਕੁਐਸਚਨ ਸੌਖਾ ਜੀ, ਪਰ ਆਪਾਂ ਬੇਸਿਕ ਪੜ੍ਹ ਕੇ ਨਹੀਂ ਜਾਂਦੇ, ਤਾਂ ਧਿਆਨ ਰੱਖਿਓ ਪ੍ਰਾਈਮ ਮਿਨਿਸਟਰ ਨੂੰ ਕੀ ਕੀਤਾ ਜਾਂਦਾ ਜੀ ਅਪੋਇੰਟ ਕੀਤਾ ਜਾਂਦਾ ਜੀ। ਧਿਆਨ ਰੱਖਿਓ, ਇੰਪੋਰਟੈਂਟ ਹੈ। ਕੌਣ ਅਪੋਇੰਟ ਕਰਦਾ ਜੀ ਰਾਸ਼ਟਰਪਤੀ ਕਰਦਾ ਹੈ। ਠੀਕ ਹੈ, ਰਾਸ਼ਟਰਪਤੀ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਦੱਸ ਦਿੰਦਾ। ਰਾਸ਼ਟਰਪਤੀ ਪਹਿਲਾ ਸਿਟੀਜ਼ਨ ਹੁੰਦਾ ਜੀ ਇੰਡੀਆ ਦਾ। ਠੀਕ ਹੈ ਜੀ ਗੱਲ। ਤੇ ਉਹਦੀ ਸੈਲਰੀ ਕਿੰਨੀ ਹੁੰਦੀ ਹੈ ਜੀ 5 ਲੱਖ ਹੈ ਜੀ। ਠੀਕ ਹੈ, ਇਹ ਨਹੀਂ ਗੱਲ ਤੁਸੀਂ ਭੁੱਲਣੀ ਹੈਗੀ। 61 ਨੰਬਰ ਆਰਟੀਕਲ ਦੇ ਵਿੱਚ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਇੰਪੀਚਮੈਂਟ ਸਿਰਫ ਤੇ ਸਿਰਫ ਕਿਹੜੇ ਕਾਰਨ ਕਰਕੇ ਜੀ ਵਾਇਲੇਸ਼ਨ ਆਫ ਕੌਨਸਟੀਟਿਊਸ਼ਨ। ਠੀਕ ਹੈ ਜੀ ਗੱਲ। ਤੇ ਇਹ ਨਹੀਂ ਗੱਲ ਤੁਸੀਂ ਭੁੱਲਣੀ ਹੈਗੀ। ਪ੍ਰਾਈਮ ਮਿਨਿਸਟਰ ਦੇ ਨਾਲ ਸੰਬੰਧਿਤ ਆਪਾਂ ਹੋਰ ਕੀ ਯਾਦ ਕਰ ਸਕਦੇ ਹਾਂ। ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਕੌਣ ਸੀਗੇ ਜੀ ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਕੋਲ ਪੇਪਰ 'ਚ ਪੁੱਛ ਲੈਂਦੇ ਜੀ ਜਦੋਂ ਕੌਂਸਟੀਟਿਊਂਟ ਅਸੈਂਬਲੀ ਬਣੀ ਹੈ ਤਾਂ ਉਦੋਂ ਬਾਅਦ ਕਮੇਟੀਜ਼ ਬਣੀਆਂ ਸੀਗੀਆਂ ਜੀ। ਕਮੇਟੀਜ਼ ਦਾ ਜਿਹੜਾ ਮਤਲਬ ਜਵਾਹਰ ਲਾਲ ਨਹਿਰੂ ਕਿਹੜੀ ਕਮੇਟੀ ਦੇ ਇੰਚਾਰਜ ਸੀਗੇ, ਤਾਂ ਕਾਫੀ ਕਮੇਟੀਆਂ ਸੀ, ਪਰ ਆਪਾਂ ਇੰਪੋਰਟੈਂਟ ਪੜ੍ਹਨੀਆਂ ਨੇ ਪੇਪਰ ਦੇ ਇੰਪੋਰਟੈਂਟ ਸੰਬੰਧਿਤ। ਠੀਕ ਹੈ ਜੀ, ਜਵਾਹਰ ਲਾਲ ਨਹਿਰੂ ਕੋਲ ਸੀਗੀ ਜੀ ਫਾਈਨਾਂਸ ਕਮੇਟੀ। ਪੇਪਰ 'ਚ ਪੁੱਛ ਲੈਣਗੇ ਫਾਈਨਾਂਸ ਕਮੇਟੀ ਕਿਹਦੇ ਕੋਲ ਸੀਗੀ ਜਵਾਹਰ ਲਾਲ ਨਹਿਰੂ ਕੋਲ ਸੀ। ਸਟੀਅਰਿੰਗ ਕਮੇਟੀ ਗੱਡੀ ਦਾ ਸਟੀਅਰਿੰਗ ਕਿਹਦੇ ਕੋਲ ਸੀਗਾ, ਤਾਂ ਟ੍ਰਿਕ ਬਣਾ ਸਕਦੇ ਤੁਸੀਂ ਕਿਹਦੇ ਕੋਲ ਸੀਗਾ ਜੀ ਤੁਸੀਂ ਕਹੋਗੇ ਜੀ ਰਜਿੰਦਰ ਪ੍ਰਸਾਦ ਕੋਲੇ। ਭੁੱਲਣਾ ਨਹੀਂ ਹੈਗਾ, ਇੰਪੋਰਟੈਂਟ ਹੈ। ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ। 63 ਨੰਬਰ ਆਰਟੀਕਲ 'ਚ ਵਾਈਸ ਪ੍ਰੈਜ਼ੀਡੈਂਟ ਦੱਸਿਆ ਹੋਇਆ ਜੀ। ਭਾਰਤ ਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀ S ਰਾਧਾ ਕ੍ਰਿਸ਼ਨਨ। S ਰਾਧਾ ਕ੍ਰਿਸ਼ਨਨ ਬਾਰੇ ਇੱਕ ਗੱਲ ਹੋਰ ਜੇ ਯਾਦ ਰੱਖਣੀ ਤਾਂ ਰੱਖ ਸਕਦੇ ਹੋ। S ਰਾਧਾ ਕ੍ਰਿਸ਼ਨਨ
सी राजा गोपालचारी ਤੇ ਸੀ ਰਮਨ, ਇਹਨਾਂ ਤਿੰਨਾਂ ਨੂੰ ਪਹਿਲੀ ਵਾਰ ਭਾਰਤ ਰਤਨ ਮਿਲਿਆ ਸੀਗਾ ਜੀ। ਠੀਕ ਹੈ, ਤਾਂ ਗੱਲ ਇਹ ਪੇਪਰ ਦੇ ਵਿੱਚ ਪੁੱਛ ਸਕਦੇ ਨੇ। ਠੀਕ ਹੈ, ਤਾਂ ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਤੁਸੀਂ ਯਾਦ ਰੱਖ ਲਓਗੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜੂਗਾ ਜੀ ਉਹ ਆ ਜੂਗਾ ਜੀ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਨੂੰ ਕੀ ਕੀਤਾ ਜਾਂਦਾ ਜੀ? ਅਪੋਇੰਟ ਕੀਤਾ ਜਾਂਦਾ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਕਈ ਬੱਚੇ ਕਹਿੰਦੇ ਨੇ ਵੀ ਕਮੈਂਟ ਬਾਕਸ ਮੈਂ ਜਦੋਂ ਰੀਡ ਕਰਦਾ ਕਿ ਥੋੜ੍ਹੀ ਜਿਹੀ ਸਪੀਡ ਫਾਸਟ ਹੁੰਦੀ ਹੈ। ਬੱਚਿਓ ਆਪਣੇ ਕੋਲ ਸਮਾਂ ਨਹੀਂ ਹੈਗਾ। ਸਪੀਡ ਇੱਕ ਥੋੜ੍ਹਾ ਜਿਹਾ ਸੁਭਾਅ ਦੇ ਵਿੱਚ ਵੀ ਹੈ ਵੀ ਥੋੜ੍ਹਾ ਜਿਹਾ ਮਤਲਬ ਐਂ ਹੁੰਦਾ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੈ ਜਿਹੜੀ ਉਹ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਵੇ, ਕਿਉਂਕਿ ਅੱਜ ਕੱਲ੍ਹ ਮੈਂ ਦੇਖਦਾ ਵੀ ਸਿਰਫ ਅਤੇ ਸਿਰਫ ਕੀ ਰਹਿ ਗਿਆ, ਇੱਕ ਸਿੱਧਾ ਕੁਐਸਚਨ ਦਾ ਆਨਸਰ ਦੇ ਕੇ ਆਪਾਂ, ਮੇਰੇ ਸੁਭਾਅ ਦੇ ਵਿੱਚ ਨਹੀਂ ਹੈਗਾ। ਮੈਨੂੰ ਇਹ ਹੁੰਦਾ ਥੋੜ੍ਹਾ ਜਿਹਾ ਵੀ ਮਤਲਬ ਆਪਾਂ ਕੀ ਕਰ ਲਈਏ, ਚੰਗੀ ਤਰ੍ਹਾਂ ਬੱਚਿਆਂ ਨੂੰ ਰਿਵਾਈਜ਼ ਕਰਾ ਦਈਏ, ਕਿਉਂਕਿ ਇਹ ਜਿਹੜਾ ਸਾਲ ਹੈ ਇਹ ਬਹੁਤ ਇੰਪੋਰਟੈਂਟ ਸਾਲ ਆ ਬੱਚਿਓ। ਸੋ ਖਿੱਚ ਕੇ ਅਤੇ ਮਿਹਨਤ ਕਰਕੇ ਆਪਦੀ ਜੋਬਸ ਮਤਲਬ ਲਓ। ਠੀਕ ਹੈ, ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਆਰਟੀਕਲ ਆਫ ਕੰਸੋਲੀਡੇਟਡ ਫੰਡ ਆਫ ਇੰਡੀਆ। ਠੀਕ ਹੈ ਜੀ, ਸੰਵਿਧਾਨ ਦੇ ਪੋਲਿਟੀ ਦੇ ਵਿੱਚ ਨਾ ਕਈ ਬੱਚਿਆਂ ਨੂੰ ਐਂ ਲੱਗਦਾ ਵੀ ਸਾਡੇ ਆਰਟੀਕਲ ਯਾਦ ਨਹੀਂ ਹੁੰਦੇ, ਪਰ ਉਹ ਯਾਦ ਕਰਨਾ ਹੀ ਨਹੀਂ ਚਾਹੁੰਦੇ। ਤੁਸੀਂ ਪੇਅਰ ਬਣਾ ਕੇ ਯਾਦ ਕਰਿਆ ਕਰੋ। ਦੇਖੋ ਜੀ, ਦੋ ਤਰ੍ਹਾਂ ਦੇ ਆਰਟੀਕਲ ਤੁਸੀਂ ਇਕੱਠੇ ਯਾਦ ਰੱਖਣੇ। ਕੰਸੋਲੀਡੇਟ ਫੰਡ ਆਫ ਇੰਡੀਆ ਮੈਂ ਪੂਰਾ ਨਹੀਂ ਲਿਖੂੰਗਾ, ਇੱਕ ਹੁੰਦਾ ਜੀ ਕੰਟੀਜੈਂਸੀ। ਠੀਕ ਹੈ ਜੀ, ਕੰਸੋਲੀਡੇਟ ਫੰਡ ਆਫ ਇੰਡੀਆ ਆਰਟੀਕਲ ਕਿਹੜਾ ਜੀ? ਤੁਸੀਂ ਕਹੋਗੇ ਜੀ ਆਰਟੀਕਲ 266 ਹੈ। ਕੰਟੀਜੈਂਸੀ ਫੰਡ ਆਫ ਇੰਡੀਆ ਦਾ ਆਰਟੀਕਲ ਕੀ ਹੈ ਜੀ? 267 ਹੈ। ਠੀਕ ਹੈ ਜੀ ਗੱਲ। ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚ ਜਿੰਨਾ ਕੁ ਵੀ ਡੈਬਿਟ ਹੋਇਆ, ਮਤਲਬ ਜਿੰਨਾ ਕੁ ਪੈਸਾ ਆਇਆ ਅਤੇ ਜਿੰਨਾ ਕੁ ਪੈਸਾ ਗਿਆ ਕ੍ਰੈਡੀਟਡ ਵਗੈਰਾ, ਠੀਕ ਹੈ ਜੀ ਗੱਲ, ਤਾਂ ਉਹ ਸਾਰਾ ਕਾਜ ਦੱਸਿਆ ਜਾਂਦਾ ਜੀ ਕੰਸੋਲੀਡੇਟ ਫੰਡ ਆਫ ਇੰਡੀਆ। ਠੀਕ ਹੈ, ਤਾਂ ਪਹਿਲਾਂ ਇਹਦਾ ਆਪਾਂ ਜਵਾਬ ਲੈ ਲਈਏ ਤਾਂ ਆਰਟੀਕਲ ਕਿਹੜਾ ਜੀ? ਕੰਸੋਲੀਡੇਟ ਫੰਡ ਆਫ ਇੰਡੀਆ ਦਾ 266। ਤਾਂ ਪਹਿਲਾ ਆਪਸ਼ਨ ਕੀ ਆ ਜੂਗਾ ਜੀ? ਇਹਦਾ ਸਹੀ ਆਨਸਰ ਆ ਜੂਗਾ ਕੰਸੋਲੀਡੇਟ ਫੰਡ ਆਫ ਇੰਡੀਆ ਦੀ ਗੱਲ ਕਰ ਰਹੇ ਹਾਂ ਜੀ ਮੈਂ। ਤਾਂ ਇਹਦੇ ਵਿੱਚ ਪੈਸੇ ਕਢਾਉਣ ਦੀ ਜਿਹੜੀ ਅਥੋਰਿਟੀ ਹੁੰਦੀ ਹੈ ਉਹ ਕਿਹਦੇ ਕੋਲ ਹੁੰਦੀ ਹੈ ਜੀ? ਇਹ PPSC ਦਾ ਕੁਐਸਚਨ ਹੈ ਤਾਂ ਕਿਹਦੇ ਕੋਲ ਹੁੰਦੀ ਹੈ ਜੀ? ਪਾਰਲੀਮੈਂਟ ਕੋਲ ਹੁੰਦੀ ਹੈ। ਠੀਕ ਹੈ ਜੀ ਗੱਲ। ਤਾਂ ਅਤੇ ਜੇ ਕੰਟੀਜੈਂਸੀ ਫੰਡ ਆਫ ਇੰਡੀਆ ਦੀ ਗੱਲ ਕਰੂ ਤਾਂ ਉਹਦੇ ਵਿੱਚੋਂ ਕਿਹਦੀ ਮਤਲਬ ਮਨਜ਼ੂਰੀ ਦੇ ਨਾਲ ਪੈਸੇ ਨਿਕਲਦੇ ਨੇ? ਤਾਂ ਪ੍ਰੈਜ਼ੀਡੈਂਟ। ਠੀਕ ਹੈ, ਵਨ ਲਾਈਨਰ ਹੈ, ਯਾਦ ਰੱਖੋਗੇ। ਕੰਸੋਲੀਡੇਟ ਫੰਡ ਆਫ ਇੰਡੀਆ 'ਚ ਪਾਰਲੀਮੈਂਟ ਕੋਲ ਹੁੰਦੀ ਹੈ ਅਥੋਰਿਟੀ। ਕੰਟੀਜੈਂਸੀ ਫੰਡ ਆਫ ਇੰਡੀਆ ਦੇ ਵਿੱਚ ਕਿਹਦੇ ਕੋਲ ਹੁੰਦੀ ਹੈ ਜੀ? ਪ੍ਰੈਜ਼ੀਡੈਂਟ ਕੋਲ ਹੁੰਦੀ ਹੈ। ਠੀਕ ਹੈ ਜੀ ਗੱਲ। ਹੋਰ ਆਪਾਂ ਕੀ ਡਿਸਕਸ ਕਰ ਸਕਦੇ ਹਾਂ ਇਹਦੇ ਨਾਲ ਸੰਬੰਧਿਤ? ਬਸ ਤੁਸੀਂ ਇੰਨੀ ਕੀ ਪੜ੍ਹਨਾ ਜੀ। ਇੱਕ ਤੁਸੀਂ ਪਬਲਿਕ ਅਕਾਊਂਟ ਕਮੇਟੀ ਪੈਕ ਕਹਿੰਦੇ ਆ ਜੀ। ਠੀਕ ਹੈ, ਉਹਦਾ ਚੇਅਰਮੈਨ ਦੱਸਣਾ ਹੈਗਾ ਐਟ ਪ੍ਰੈਜ਼ੈਂਟ ਕੌਣ ਹੈਗਾ, ਪੇਪਰ 'ਚ ਆ ਜਾਂਦਾ ਹੈ ਜੀ। ਠੀਕ ਹੈ, ਪੈਕ ਦੇ ਪੇਪਰ 'ਚ ਪੁੱਛ ਲੈਂਦੇ ਕਿੰਨੇ ਮੈਂਬਰ ਹੁੰਦੇ ਆ ਜੀ? 22 ਮੈਂਬਰ ਹੁੰਦੇ ਆ। ਜਿਹੜੇ ਇਹ 22 ਮੈਂਬਰ ਹੁੰਦੇ ਆ ਉਹ ਡਿਵਾਈਡ ਕੀਤੇ ਹੁੰਦੇ ਆ ਜੀ 15 ਅਤੇ 7 ਦੇ ਵਿੱਚ। 15 ਲੋਕ ਸਭਾ ਦੇ ਹੁੰਦੇ ਆ ਅਤੇ 7 ਕਾਹਦੇ ਹੁੰਦੇ ਆ ਜੀ? ਰਾਜ ਸਭਾ ਦੇ ਹੁੰਦੇ ਆ। ਠੀਕ ਹੈ ਜੀ ਗੱਲ, ਯਾਦ ਰੱਖੋਗੇ। ਰਾਜ ਸਭਾ ਦਾ ਜੇ ਆਰਟੀਕਲ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਤਾਂ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋਗੇ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ? ਬਸ ਇੰਨੀ ਕੁ ਇਨਫੋਰਮੇਸ਼ਨ ਇਹਦੇ ਨਾਲ ਸੰਬੰਧਿਤ ਤੁਸੀਂ ਯਾਦ ਰੱਖ ਲਿਓ, ਇੰਪੋਰਟੈਂਟ ਆ। ਹਰਸ਼ਵਰਧਨ ਮੇਡ ਹਿਜ਼ ਕੈਪੀਟਲ। ਹਰਸ਼ਵਰਧਨ ਨੇ ਆਪਣੀ ਕੈਪੀਟਲ ਨੂੰ ਕਿਹੜੀ ਕੈਪੀਟਲ ਬਣਾਈ? ਠੀਕ ਹੈ ਜੀ ਗੱਲ। ਤਾਂ ਆਪਾਂ ਪਹਿਲਾਂ ਇਹਦਾ ਜਵਾਬ ਲੈ ਲੈਂਦੇ ਹਾਂ। ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਮਤਲਬ ਵਰਧਨਾ ਦੇਖੋ ਥੋੜ੍ਹਾ ਜਿਹਾ ਸਮਝਾਦਾ ਤੁਹਾਨੂੰ ਮੈਂ। ਹਰਸ਼ਵਰਧਨ ਸੀ ਜੋ ਵਰਧਨਾ ਡਾਇਨੈਸਟੀ ਤੋਂ ਕੀ ਸੀਗੇ ਜੀ? ਬਿਲੋਂਗ ਕਰਦੇ ਸੀਗੇ। ਵਰਧਨਾ ਡਾਇਨੈਸਟੀ ਜਾਂ ਫਿਰ ਪੁਸ਼ਯਭੂਤੀ ਡਾਇਨੈਸਟੀ। ਠੀਕ ਹੈ ਜੀ ਗੱਲ। ਜਿਹੜੀ ਵਰਧਨਾ ਡਾਇਨੈਸਟੀ ਸੀ ਇਹਨੂੰ ਫਾਊਂਡ ਕਿਹਨੇ ਕੀਤਾ ਸੀਗਾ ਜੀ? ਪ੍ਰਭਾਕਰ ਵਰਧਨ। ਠੀਕ ਹੈ, ਪ੍ਰਭਾਕਰ ਵਰਧਨ। ਠੀਕ ਹੈ, ਉਦੋਂ ਬਾਅਦ ਕੌਣ ਆ ਗਿਆ? ਪ੍ਰਭਾਕਰ ਵਰਧਨ ਤੋਂ ਬਾਅਦ ਰਾਜਾ ਵਰਧਨ। ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਕੌਣ ਆ ਗਿਆ ਜੀ? ਫਿਰ ਉਦੋਂ ਬਾਅਦ ਹਰਸ਼ਵਰਧਨ ਆਇਆ। ਤਾਂ ਤੁਸੀਂ ਸਿਰਫ ਅਤੇ ਸਿਰਫ ਵਰਧਨ ਡਾਇਨੈਸਟੀ ਦੇ ਵਿੱਚ ਇੱਕ ਤਾਂ ਫਾਊਂਡਰ ਯਾਦ ਰੱਖਣਾ ਹੈ, ਉਦੋਂ ਬਾਅਦ ਇੱਕ ਹਰਸ਼ਵਰਧਨ ਪੜ੍ਹਨਾ ਹੈ। ਹਰਸ਼ਵਰਧਨ ਬਾਰੇ ਕੁਐਸਚਨ ਆ ਜਾਂਦਾ ਜੀ। ਉਹ ਕੀ ਕੁਐਸਚਨ ਆਉਂਦਾ ਉਹ ਮੈਂ ਤੁਹਾਨੂੰ ਦੱਸਦਾ। ਹਰਸ਼ਵਰਧਨ ਦਾ ਜਿਹੜਾ ਟਾਈਮ ਸੀਗਾ ਉਹ ਕਦੋਂ ਤੋਂ ਕਦੋਂ ਤੱਕ ਸੀਗਾ ਜੀ? 606 ਤੋਂ 647 ਤੱਕ। ਠੀਕ ਹੈ, ਟਾਈਮ ਇੰਨਾ ਇੰਪੋਰਟੈਂਟ ਨਹੀਂ ਹੈਗਾ, ਪਰ ਜੇ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਵਧੀਆ ਹੈ। 606 ਤੋਂ ਲੈ ਕੇ 647 ਤੱਕ। ਇਸ ਤੋਂ ਪਹਿਲਾਂ ਜਿਹੜੀ ਵਰਧਨਾ ਡਾਇਨੈਸਟੀ ਦੀ ਕੈਪੀਟਲ ਸੀ ਉਹ ਕੀ ਸੀ ਜੀ? ਥਾਨੇਸ਼ਵਰ ਸੀਗੀ। ਠੀਕ ਹੈ, ਥਾਨੇਸ਼ਵਰ ਤੋਂ ਚੇਂਜ ਕਰਤੀ ਕੈਪੀਟਲ, ਕਨੌਜ ਲਿਆਂਦੀ ਜੀ ਕਿਹਨੇ? ਹਰਸ਼ਵਰਧਨ ਨੇ। ਠੀਕ ਹੈ ਜੀ, ਤਾਂ ਆਪਾਂ ਆਨਸਰ ਕੀ ਲਾ ਦਾਂਗੇ ਜੀ? ਕਨੌਜ ਲਾ ਦਾਂਗੇ। ਸੈਕਿੰਡ ਆਪਸ਼ਨ ਸਾਡਾ ਕੀ ਹੈ ਜੀ? ਸਹੀ ਆਨਸਰ ਹੈ। ਹੁਣ ਮੈਂ ਤੁਹਾਨੂੰ ਹਰਸ਼ਵਰਧਨ ਦੇ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸ ਦਿੰਦਾ ਜੀ, ਕਿਉਂਕਿ ਇਹਨਾਂ ਦੀਆਂ ਕਿਤਾਬਾਂ ਨੇ, ਲੰਮੀਆਂ ਕਿਤਾਬਾਂ ਨੇ, ਮਤਲਬ ਨਾਮ ਲੰਬੇ ਨੇ। ਮੈਂ ਸ਼ਾਰਟ ਦੇ ਵਿੱਚ ਪਾਊਂਗਾ, ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰ ਲੈਣਾ ਜਿੱਥੇ ਵੀ ਨੋਟ ਕਰ ਰਹੇ ਹੋ। ਕਨੌਜ ਕੈਪੀਟਲ ਚੇਂਜ ਕਰਤੀ ਸੀ ਕਿੱਥੋਂ ਜੀ? ਥਾਨੇਸ਼ਵਰ ਤੋਂ ਕਨੌਜ ਬਣਾ ਲਈ ਸੀ ਹਰਸ਼ਵਰਧਨ ਨੇ। ਠੀਕ ਹੈ ਜੀ ਗੱਲ। ਹਰਸ਼ਵਰਧਨ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਸਿਲਾ ਦਿੱਤਿਆ ਵੀ ਕਿਹਾ ਜਾਂਦਾ ਹੈ। ਠੀਕ ਹੈ, ਸਿਲਾ ਦਿੱਤਾ ਕਿਹਨੂੰ ਕਿਹਾ ਜਾਂਦਾ ਜੀ? ਹਰਸ਼ਵਰਧਨ ਨੂੰ ਕਿਹਾ ਜਾਂਦਾ ਹੈ। ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਣ ਹਰਸ਼ਵਰਧਨ ਨੇ ਕਿਹੜੀਆਂ ਕਿਹੜੀਆਂ ਕਿਤਾਬਾਂ ਲਿਖੀਆਂ ਜੀ? ਤੁਸੀਂ ਕਹੋਗੇ ਜੀ ਨਾਗ ਨੰਦ। ਠੀਕ ਹੈ ਜੀ, ਨਾਗਨੰਦ। ਠੀਕ ਹੈ ਜੀ, ਪ੍ਰਿਆ ਦਰਸ਼ਕ। ਠੀਕ ਹੈ ਜੀ, ਅਤੇ ਰਤਨਾਵਲੀ। ਇਹ ਤਿੰਨੇ ਕਿਤਾਬਾਂ ਜਿਹੜੀਆਂ ਉਹ ਕਿਹਦੀਆਂ ਨੇ ਜੀ? ਹਰਸ਼ਵਰਧਨ ਦੀਆਂ ਨੇ। ਠੀਕ ਹੈ, ਹਰਸ਼ਵਰਧਨ ਦੇ ਰਾਜ ਦੇ ਵਿੱਚ ਇੱਕ ਮਤਲਬ ਪੋਇਟ ਹੁੰਦਾ ਸੀ ਜਿਹਦਾ ਨਾਮ ਸੀਗਾ ਜੀ ਬਾਣ ਭੱਟ। ਬਾਣ ਭੱਟ ਤੋਂ ਕੀ ਯਾਦ ਰੱਖਣਾ ਜੀ ਤੁਸੀਂ? ਸਿਰਫ ਅਤੇ ਸਿਰਫ ਇੱਕ ਇਹਦੀ ਕਿਤਾਬ ਨਹੀਂ ਭੁੱਲਣੀ ਜੀ, ਕਿਹੜੀ? ਕਦੰਬਰੀ। ਠੀਕ ਹੈ, ਇੱਕ ਇਹਨੇ ਹੋਰ ਕੀ ਲਿਖਿਆ ਜੀ? ਹਰਸ਼
ਚਰਿਤਾ ਪੇਪਰ 'ਚ ਤੁਹਾਨੂੰ ਪੁੱਛ ਲੈਣਗੇ ਹਰਸ਼ ਚਰਿਤਾ ਕਿਹਨੇ ਲਿਖੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਬਾਣ ਭੱਟ ਨੇ ਲਿਖੀ ਹੈ। ਬਾਣ ਭੱਟ ਕਿਹਦੇ ਸਮੇਂ ਵੇਲੇ ਹੁੰਦਾ ਸੀਗਾ ਜੀ, ਤੁਸੀਂ ਕਹੋਗੇ ਜੀ ਹਰਸ਼ਵਰਧਨ ਦੇ ਸਮੇਂ ਵੇਲੇ ਹੁੰਦਾ ਸੀ। ਠੀਕ ਹੈ ਜੀ। ਇਹਨੇ ਇੱਕ ਪ੍ਰਯਾਗ ਦੇ ਵਿੱਚ 5 ਸਾਲ ਬਾਅਦ ਕੀ ਹੈ ਜੀ ਫੈਸਟੀਵਲ ਵੀ ਔਰਗਨਾਈਜ਼ ਕੀਤਾ ਸੀਗਾ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਇੱਕ ਸੁਪਰ ਇੰਪੋਰਟੈਂਟ ਜੀ, ਇੱਕ ਯਾਤਰੀ ਆਇਆ ਸੀ ਜਿਹਦਾ ਨਾਮ ਸੀਗਾ ਹਿਊਨ ਟਸੈਂਗ। ਠੀਕ ਹੈ ਜੀ। ਹਿਊਨ ਟਸਾਂਗ ਕਹਿ ਲਓ, ਹਿਊਨ ਟਸੈਂਗ ਕਹਿ ਲਓ, ਕਿਹਦੇ ਵੇਲੇ ਆਇਆ ਸੀ, ਹਰਸ਼ਵਰਧਨ ਵੇਲੇ। ਟ੍ਰਿਕ ਕਿਵੇਂ ਬਣਾਓਗੇ, ਐਚ ਤੋਂ ਹਿਊਨ, ਐਚ ਤੋਂ ਹਰਸ਼ਵਰਧਨ, ਬਸ ਇਸ ਤਰ੍ਹਾਂ ਯਾਦ ਰੱਖ ਲਿਓ। ਠੀਕ ਹੈ ਜੀ। ਕਨੌਜ ਕੀ ਆ ਜਾਊਗਾ, ਇਹਦਾ ਸਹੀ ਆਨਸਰ ਆ ਜਾਊਗਾ। ਹੋਰ ਆਪਾਂ ਕੀ ਪੜ੍ਹ ਸਕਦੇ ਹਾਂ, ਸਿਆਲਕੋਟ ਆਪਸ਼ਨ ਦੇ ਵਿੱਚ ਪਿਆ ਜੀ। ਠੀਕ ਹੈ। ਸਿਆਲਕੋਟ ਪੇਪਰ ਦੇ ਵਿੱਚ ਪੁੱਛ ਲੈਂਦੇ ਆ ਕਿਹਦੀ ਰਾਜਧਾਨੀ ਹੈ। ਕਾਨਗੋ ਦਾ ਪੇਪਰ ਹੋਇਆ ਸੀ ਮਤਲਬ 16 ਜਾਂ 17 ਦੇ ਵਿੱਚ ਹੋਇਆ ਸੀ, ਉਹਦੇ ਵਿੱਚ ਪੁੱਛਿਆ ਸੀਗਾ ਤਾਂ ਕਿਹਦੀ ਰਾਜਧਾਨੀ ਸੀਗੀ ਜੀ, ਇੱਕ ਇੰਡੋ ਗ੍ਰੀਕਸ ਦਾ ਰਾਜਾ ਸੀਗਾ। ਇੰਡੋ ਗ੍ਰੀਕਸ ਦਾ ਰਾਜਾ ਸੀਗਾ ਕੌਣ, ਮਨੇਂਦਰ। ਮਨੇਂਦਰ ਸੀ, ਉਹਦੀ ਰਾਜਧਾਨੀ ਕੀ ਸੀ, ਪੇਪਰ 'ਚ ਪੁੱਛ ਲੈਂਦੇ ਆ, ਸਿਆਲਕੋਟ ਸੀਗੀ। ਠੀਕ ਹੈ ਜੀ ਗੱਲ। ਅਤੇ ਇੰਡੋ ਗ੍ਰੀਕਸ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਮਨੇਂਦਰ ਦੇ ਬਾਰੇ ਥੋੜ੍ਹਾ ਦੱਸ ਦੇਣਾ ਹੈ। ਮਨੇਂਦਰ ਨੇ ਕੀ ਕਰ ਲਿਆ ਸੀ ਜੀ, ਬੁੱਧ ਧਰਮ ਸੀਗਾ ਜਿਹੜਾ ਉਹ ਅਡੋਪਟ ਕਰ ਲਿਆ ਸੀਗਾ। ਠੀਕ ਹੈ। ਅਤੇ ਉਹ ਕਿਹਨੇ ਕਰਵਾਇਆ ਸੀ ਮਤਲਬ, ਤਾਂ ਉਹਦਾ ਨਾਮ ਯਾਦ ਰੱਖਣਾ ਜੀ ਨਾਗਸੇਨ। ਠੀਕ ਹੈ ਜੀ ਗੱਲ, ਨਾਗਸੇਨ ਯਾਦ ਰੱਖੋਗੇ। ਠੀਕ ਹੈ। ਨਾਗਸੇਨ ਅਤੇ ਮਨੇਂਦਰ ਦੇ ਵਿਚਕਾਰ ਇੱਕ ਕੀ ਹੋਈ ਸੀਗੀ ਜੀ, ਵਾਰਤਾਲਾਪ ਹੋਈ ਸੀ, ਜਿਹਨੂੰ ਕਹਿੰਦੇ ਹੁੰਦੇ ਨੇ ਜੀ ਮਿਲਿੰਡ ਪਾਨੋ। ਮਿਲਿੰਡ ਪਾਨੋ ਯਾਦ ਰੱਖੋਗੇ ਬੱਚੋ, ਇੰਪੋਰਟੈਂਟ ਹੈ। ਜਾਂ ਇਹਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ ਜੀ, ਦਾ ਕੁਐਸਚਨਸ ਆਫ ਮਲਿੰਡਾ। ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ ਦਾ ਕੁਐਸਚਨਸ ਆਫ ਮਲਿੰਡਾ। ਠੀਕ ਹੈ। ਰਿਪੀਟ ਕਰੋਗੇ ਤਾਂ ਯਾਦ ਹੋ ਜਾਊਗਾ। ਠੀਕ ਹੈ। ਅਤੇ ਪਾਟਲੀਪੁੱਤਰਾ, ਪਾਟਲੀਪੁੱਤਰਾ ਤੁਹਾਨੂੰ ਮੈਂ ਥੋੜ੍ਹਾ ਜਿਹਾ ਸਮਝਾ ਦੇਣਾ। ਪਾਟਲੀਪੁੱਤਰਾ ਤੋਂ ਮੈਨੂੰ ਇੱਕ ਗੱਲ ਯਾਦ ਆਈ ਹੈ ਜੀ, ਤੁਸੀਂ ਬੁੱਧ ਧਰਮ ਪੜ੍ਹਿਆ ਹੋਊਗਾ। ਬੁੱਧ ਧਰਮ ਦੇ ਵਿੱਚ 4 ਬੁੱਧਿਸਟ ਕੌਂਸਲ ਹੋਈਆਂ ਸੀਗੀਆਂ ਜੀ। ਪਹਿਲੀ ਕਿੱਥੇ ਹੋਈ, ਰਾਜਗੀਰ। ਦੂਜੀ ਕਿੱਥੇ ਹੋਈ ਜੀ, ਵੈਸ਼ਾਲੀ। ਤੀਜੀ ਕਿੱਥੇ ਹੋਈ, ਪਾਟਲੀਪੁੱਤਰ। ਚੌਥੀ ਕਿੱਥੇ ਹੋਈ ਜੀ, ਕੁੰਡਲਾ ਵਨ ਦੇ ਵਿੱਚ। ਠੀਕ ਹੈ ਜੀ। ਰਾਜਗੀਰ ਦੇ ਵਿੱਚ ਕਦੋਂ ਹੋਈ ਜੀ, 483। ਦੂਜੀ ਕਦੋਂ ਹੋਈ ਜੀ, 383, 100 ਸਾਲ ਦੇ ਫਰਕ ਨਾਲ। ਫਿਰ 250 BC, 250 ਦੇ ਵਿੱਚ ਫਿਰ 72 AD। ਠੀਕ ਹੈ ਜੀ ਗੱਲ। ਪਹਿਲੀ ਕਿਹਨੇ ਕਰਾਈ ਜੀ, ਹਰਿਅੰਕਾ ਵਸ਼ ਦੇ ਕੌਣ ਜੀ, ਆਜ਼ਾਦ ਸ਼ਤਰੂ ਨੇ। ਦੂਜੀ ਕਿਹਨੇ ਕਰਾਈ ਵਿਸ਼ਾਲੀ ਵਾਲੀ ਜੀ, ਤਾਂ ਉਹ ਕਰਵਾਈ ਹੈ ਜੀ ਕਾਲਾ ਸੋਕਾ ਨੇ। ਠੀਕ ਹੈ। ਤੀਜੀ ਕਿਹਨੇ ਕਰਾਈ ਜੀ, ਇਹ ਇੰਪੋਰਟੈਂਟ ਹੈ ਕਿਉਂਕਿ ਕਿਹਨੇ ਕਰਵਾਈ ਜੀ, ਅਸ਼ੋਕ ਨੇ ਕਰਵਾਈ। ਠੀਕ ਹੈ ਜੀ ਗੱਲ। ਅਸ਼ੋਕ ਨੇ ਵੀ ਬੁੱਧ ਧਰਮ ਜਿਹੜਾ ਸੀਗਾ ਉਹ ਕੀ ਕਰ ਲਿਆ ਸੀਗਾ, ਅਪਣਾ ਲਿਆ ਸੀਗਾ। ਅਤੇ ਚੌਥੀ ਕਿਹਨੇ ਕਰਵਾਈ ਹੈ ਜੀ, ਇਹ ਕਨਿਸ਼ਕ ਨੇ ਕਰਵਾਈ ਹੈ। ਠੀਕ ਹੈ। ਕਨਿਸ਼ਕ ਬਾਰੇ ਤੁਸੀਂ ਜੇ ਜਾਣਨਾ ਚਾਹੁੰਦੇ ਹੋ ਤਾਂ ਕਨਿਸ਼ਕ ਦੇ ਬਾਰੇ ਆਪਾਂ ਕੀ ਯਾਦ ਕਰ ਸਕਦੇ ਹਾਂ, ਇੱਕ ਸਾਕਾ ਐਰਾ ਚਲਾਇਆ ਸੀ ਕਿਹਨੇ, ਕਨਿਸ਼ਕ ਨੇ। ਕਦੋਂ ਜੀ, 78 AD ਦੇ ਵਿੱਚ। 78 AD ਯਾਦ ਰੱਖੋਗੇ, ਇੰਪੋਰਟੈਂਟ ਹੈ, ਸਟਾਰ ਲਾ ਲਿਓ। ਠੀਕ ਹੈ ਜੀ ਗੱਲ। ਇਹਦੇ ਅਨੁਸਾਰ ਦੇਸੀ ਮਹੀਨੇ ਸੀਗੇ ਜੀ। ਠੀਕ ਹੈ। ਮਤਲਬ ਫਸਟ ਮੰਥ ਜਿਹੜਾ ਦੇਸੀ ਮਹੀਨੇ ਦੇ ਅਨੁਸਾਰ ਫਸਟ ਮੰਥ ਆਫ ਈਅਰ ਕਿਹੜਾ ਸੀ, ਤੁਸੀਂ ਕਹੋਗੇ ਜੀ ਚੇਤ, ਜਿਹਨੂੰ ਆਪਾਂ ਕਹਿੰਦੇ ਹਾਂ ਚੇਤਰਾ। ਠੀਕ ਹੈ ਜੀ ਗੱਲ। ਅਤੇ ਲਾਸਟ ਕਿਹੜਾ ਸੀਗਾ ਜੀ, ਤੁਸੀਂ ਕਹੋਗੇ ਜੀ ਫੱਗਣ, ਫਾਲਗਨ ਇਹਨਾਂ ਨੇ ਲਿਖਿਆ ਹੋਇਆ। ਤਾਂ ਯਾਦ ਰੱਖੋਗੇ, ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਦੂਜੀ ਆਪਸ਼ਨ ਕਨੌਜ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਹਾਊ ਮੈਨੀ ਰੇਡਸ ਮਹਿਮੂਦ ਗਜਨਵੀ ਰੇਡਡ ਇਨ ਇੰਡੀਆ। ਭਾਰਤ ਦੇ ਉੱਤੇ ਮਹਿਮੂਦ ਗਜਨਵੀ ਨੇ ਕਿੰਨੀਆਂ ਰੇਡਸ ਕੀਤੀਆਂ, ਤਾਂ ਤੁਸੀਂ ਯਾਦ ਰੱਖੋਗੇ 17 ਰੇਡਾਂ ਕੀਤੀਆਂ। ਉਹ ਬੱਚਿਓ ਕੀ ਕਰਦਾ ਨਾ, ਹਮੇਸ਼ਾ ਨਾਲ ਆਪਸ਼ਨਾਂ ਪਾਉਂਦਾ, ਕਿਉਂਕਿ ਬੱਚਿਆਂ ਨੂੰ ਇਹ ਭੁੱਲ ਜਾਂਦੇ ਆ। ਓਬਵੀਅਸ ਇਹ ਗੱਲ ਹੈ ਜੀ, ਕੋਈ ਬਾਹਲੀ ਵੱਡੀ ਇਹਦੇ 'ਚ ਬਹਾਦਰੀ ਨਹੀਂ ਹੈਗੀ, ਕਿਉਂਕਿ ਕਈ ਵਾਰ ਨਾ ਇਹ ਹੁੰਦਾ ਗਾ ਪੇਪਰ ਪ੍ਰੈਸ਼ਰ ਦੇ ਕਾਰਨ ਆਪਾਂ ਕੀ ਕਰਦੇ ਹੈਗੇ, ਆਪਾਂ ਪਜ਼ਲ ਹੋ ਜਾਂਦੇ ਹਾਂ। ਸੋ ਪਲੀਜ਼ 17 ਰੇਡਾਂ ਕੀਤੀਆਂ ਸੀ ਕਿਹਨੇ, ਮਹਿਮੂਦ ਗਜਨਵੀ ਨੇ। ਤੁਸੀਂ 17 ਦੀਆਂ 17 ਨਹੀਂ ਯਾਦ ਰੱਖਣੀਆਂ, ਤੁਸੀਂ ਕਿਹੜੀਆਂ ਯਾਦ ਰੱਖਣੀਆਂ ਜੀ, 1001 AD। ਦੂਜੀ ਕਿਹੜੀ ਯਾਦ ਰੱਖਣੀ ਹੈ ਜੀ, 1008 AD। ਫਿਰ 1025 AD। ਠੀਕ ਹੈ। ਅਤੇ 1026 AD। 1001 AD ਦੇ ਵਿੱਚ ਕਿਹਨੂੰ ਹਰਾਇਆ ਜੀ, ਜੈਪਾਲ ਨੂੰ ਹਰਾਇਆ। 1008 ਦੇ ਵਿੱਚ ਕਿਹਨੂੰ ਹਰਾਇਆ ਜੀ, ਤਾਂ ਤੁਸੀਂ ਕਹੋਗੇ ਜੀ ਆਨੰਦਪਾਲ ਨੂੰ ਹਰਾਇਆ। 1025 ਸੁਪਰ ਇੰਪੋਰਟੈਂਟ, ਕਿਤੇ ਹਮਲਾ ਸੀਗਾ ਜੀ, ਸੋਮਨਾਥ ਟੈਂਪਲ ਦੇ ਉੱਤੇ ਹਮਲਾ ਸੀ। 1026 ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਇਹਨੇ ਕੀ ਕੀਤਾ, ਜਾਟਸ ਨੂੰ ਹਰਾਇਆ। ਠੀਕ ਹੈ ਜੀ ਗੱਲ। ਇਹ ਤੁਸੀਂ ਤੁਹਾਨੂੰ ਐਂ ਲੱਗਦਾ ਹੋਊ ਵੀ ਕਿਹੜੀ ਕਿਹੜੀ ਸੀ ਇਹ, ਦੇਖੋ 1001 AD ਵਾਲੀ ਕਿਉਂ ਯਾਦ ਰੱਖੀ ਜਾਂਦੀ ਹੈ, ਇਹ ਕਿਹੜੀ ਐਕਸਪੀਡੀਸ਼ਨ ਸੀ, ਇਹ ਦੂਜੀ ਐਕਸਪੀਡੀਸ਼ਨ ਸੀਗੀ। ਠੀਕ ਹੈ। 1008 ਵਾਲੀ ਕਿਹੜੀ ਸੀ ਜੀ, 6ਵੀਂ ਐਕਸਪੀਡੀਸ਼ਨ ਸੀਗੀ। ਜਿਹੜੀ ਸੋਮਨਾਥ ਟੈਂਪਲ 'ਤੇ ਹਮਲਾ ਸੀ ਉਹ ਕਿੰਨਵੇਂ ਨੰਬਰ ਦਾ ਸੀ ਜੀ, 16ਵਾਂ ਹਮਲਾ ਸੀ। ਅਤੇ 17ਵੇਂ ਹਮਲੇ ਦੇ ਵਿੱਚ ਕੀ ਕੀਤਾ ਜੀ, ਜਾਟਸ ਨੂੰ ਹਰਾਇਆ ਸੀਗਾ। 1030 ਦੇ ਵਿੱਚ ਮਹਿਮੂਦ ਗਜਨਵੀ ਦੀ ਕੀ ਹੋ ਜਾਂਦੀ ਹੈ ਜੀ, ਡੈਥ ਹੋ ਜਾਂਦੀ ਹੈ। ਮਹਿਮੂਦ ਗਜਨਵੀ ਆਪਣੇ ਨਾਲ 3 ਵਿਦਵਾਨ ਲੋਕ ਲੈ ਕੇ ਆਇਆ ਸੀ, ਕਈ ਵਾਰ ਪੇਪਰ 'ਚ ਪੁੱਛ ਲੈਂਦਾ ਕੌਣ ਲੈ ਕੇ ਆਇਆ ਸੀ। ਇੱਕ ਤਾਂ ਉਤਬੀ ਸੀ ਉਹਦਾ ਨਾਮ, ਇੱਕ ਐਲ ਬਰੂਨੀ। ਠੀਕ ਹੈ। ਇੱਕ ਸੀਗਾ ਜੀ ਫਿਰਦੌਜ਼ੀ। ਠੀਕ ਹੈ। ਫਿਰਦੌਜ਼ੀ ਇੱਥੇ ਲਿਖਦਾ ਮੈਂ, ਫਿਰਦੌਜ਼ੀ। ਠੀਕ ਹੈ। ਐਲ ਬਰੂਨੀ ਦੀ ਤੁਸੀਂ ਕਿਤਾਬ ਨਹੀਂ ਯਾਦ ਕਰਨੀ ਭੁੱਲਣੀ, ਕਿਹੜੀ ਹੈ ਜੀ, ਕਿਤਾਬ ਉਲ ਹਿੰਦ। ਠੀਕ ਹੈ। ਫਿਰਦੌਜ਼ੀ ਦੀ ਕਿਤਾਬ ਨਹੀਂ ਤੁਸੀਂ ਭੁੱਲਣੀ ਹੈਗੀ, ਕਿਹੜੀ ਜੀ, ਸ਼ਾਹਨਾਮਾ। ਸ਼ਾਹਨਾਮਾ।
ठीक है। तो ध्यान रखियो, सारियां गल्लां इंपॉर्टेंट ने। होर आपां की याद रख सकते हैं जी, तो महमूद गजनवी तो बाद कौन आया जी, मुहम्मद गौरी आया। ठीक है जी गल। तो उन्हें दो लड़ाइयाँ लड़ियाँ जी, 1191 ते 1192 ਦੇ ਵਿੱਚ। फस्ट बैटल ऑफ तैरान, ठीक है, ਜਿਹੜੀ 1192 ਦੇ ਵਿੱਚ ਕਿਹੜੀ ਸੀ ਜੀ, ਸੈਕਿੰਡ ਬੈਟਲ ਆਫ ਤੈਰਾਨ। ਠੀਕ ਹੈ ਜੀ। 1191 ਦੇ ਵਿੱਚ ਜਿਹੜੀ ਪਹਿਲੀ ਲੜਾਈ ਸੀਗੀ ਉਹਦੇ ਵਿੱਚ ਮਤਲਬ ਕੌਣ ਲੜ ਰਿਹਾ ਸੀ, ਇੱਕ ਮਹਿਮੂਦ ਗੌਰੀ ਲੜ ਰਿਹਾ ਸੀਗਾ ਜੀ, ਤੇ ਪ੍ਰਿਥਵੀ ਰਾਜ ਚੌਹਾਨ ਲੜ ਰਿਹਾ ਸੀ। ਇਹਦੇ ਵਿੱਚ ਜਿੱਤਿਆ ਕੌਣ ਜੀ, ਪ੍ਰਿਥਵੀ ਰਾਜ ਚੌਹਾਨ। ਪਹਿਲੀ ਤਰਾਣ ਦੀ ਲੜਾਈ 'ਚ ਕੌਣ ਜਿੱਤਿਆ, ਪੇਪਰ 'ਚ ਪੁੱਛ ਲੈਣਗੇ, ਤੁਸੀਂ ਕਹੋਗੇ ਜੀ ਪ੍ਰਿਥਵੀ ਰਾਜ ਚੌਹਾਨ। ਦੂਜੀ ਜਿਹੜੀ ਲੜਾਈ ਹੋਈ ਹੈ ਮਹਿਮੂਦ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ ਹੀ ਹੋਈ ਹੈ। ਦੂਜੀ ਲੜਾਈ ਦੇ ਵਿੱਚ ਕੌਣ ਜਿੱਤਿਆ ਜੀ, ਮਹਿਮੂਦ ਗੌਰੀ। ਠੀਕ ਹੈ ਜੀ ਗੱਲ, ਯਾਦ ਰੱਖੋਗੇ ਮੁਹੰਮਦ ਗੌਰੀ ਜਿੱਤਿਆ। ਠੀਕ ਹੈ। ਤੇ ਬਸ ਇੰਨੀਆਂ ਗੱਲਾਂ ਤੁਸੀਂ ਯਾਦ ਰੱਖ ਲਓਗੇ। 17 ਰੇਡਸ ਨੇ ਜਿਹੜੀਆਂ ਉਹ ਕੀਤੀਆਂ ਨੇ ਮਹਿਮੂਦ ਗਜਨਵੀ ਨੇ। ਹੂ ਬੌਨ ਦਾ ਫਸਟ ਬੈਟਲ ਆਫ ਤਰਾਣਾ, ਦੇਖੋ ਜੀ ਆ ਗਿਆ ਕੁਐਸਚਨ। ਤਾਂ ਤੁਸੀਂ ਕਹੋਗੇ ਜੀ ਪਹਿਲੀ ਤਰਾਣ ਦਾ ਯੁੱਧ ਕਦੋਂ ਹੋਇਆ ਜੀ, 1191 ਦੇ ਵਿੱਚ ਹੋਇਆ। ਪ੍ਰਿਥਵੀ ਰਾਜ ਚੌਹਾਨ ਆ ਜਿਹੜਾ ਉਹ ਜਿੱਤ ਗਿਆ ਸੀਗਾ। ਪ੍ਰਿਥਵੀ ਰਾਜ ਚੌਹਾਨ ਨੇ ਮਹਿਮੂਦ ਗੌਰੀ ਦੀ ਜਿਹੜੀ ਮਤਲਬ ਕੀ ਹੈ ਜਾਨ ਆ ਉਹ ਬਖਸ਼ਤੀ ਸੀਗੀ। ਪਰ ਜਿਹੜਾ ਮੁਹੰਮਦ ਗੌਰੀ ਸੀ ਜੀ, ਉਹਦਾ ਮਕਸਦ ਇਹ ਨਹੀਂ ਸੀਗਾ ਕਿ ਭਾਰਤ ਨੂੰ ਸਿਰਫ ਲੁੱਟਣਾ। ਪੇਪਰ 'ਚ ਨਾ ਇੱਕ ਕੁਐਸਚਨ ਆ ਜਾਂਦਾ, ਮੇਰੇ ਯਾਦ ਆ ਗਿਆ, ਤੁਸੀਂ ਯਾਦ ਰੱਖਣਾ ਹੈ ਕਿ ਕਿਹਦਾ ਮਕਸਦ ਸੀਗਾ ਜਿਹੜਾ ਉਹ ਕੀ ਸੀਗਾ, ਭਾਰਤ ਨੂੰ ਸਿਰਫ ਤੇ ਸਿਰਫ ਲੁੱਟਣਾ ਸੁੱਟਣਾ ਸੀ। ਉਹ ਕਿਹਦਾ ਮਕਸਦ ਸੀਗਾ ਜੀ, ਮਹਿਮੂਦ ਗਜਨਵੀ ਦਾ। ਪਰ ਮੁਹੰਮਦ ਗੌਰੀ ਦਾ ਮਕਸਦ ਲੁੱਟਣਾ ਨਹੀਂ ਸੀ, ਭਾਰਤ ਦੇ ਉੱਤੇ ਰਾਜ ਕਰਨਾ ਸੀ। ਠੀਕ ਹੈ ਨਾ ਗੱਲ। 1191 ਦੇ ਵਿੱਚ ਪਹਿਲੀ ਲੜਾਈ ਹੋਈ ਹੈ ਜੀ, 1191 ਦੇ ਵਿੱਚ ਦੂਜੀ ਲੜਾਈ ਹੋਈ ਹੈ ਕਿਹਦੀ, ਤੈਰਾਨ ਦੀ। ਠੀਕ ਹੈ। ਪਹਿਲੀ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ ਸੀ। ਦੂਜੀ ਦੇ ਵਿੱਚ ਕੀ ਹੋ ਗਿਆ ਜੀ, ਪ੍ਰਿਥਵੀ ਰਾਜ ਚੌਹਾਨ ਦੀ ਜਿਹੜੀ ਲੜਨ ਦੇ ਤਰੀਕੇ ਸੀ ਉਹ ਮਹਿਮੂਦ ਗੌਰੀ ਨੇ ਸਮਝ ਲਏ ਸੀਗੇ। ਸੋ ਤਾਂ ਕਰਕੇ ਕੀ ਹੈ ਜੀ, ਦੂਜੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਆ ਜਿਹੜਾ ਉਹ ਹਾਰ ਗਿਆ ਸੀ। ਠੀਕ ਹੈ ਜੀ ਗੱਲ। ਇੱਕ ਤੁਸੀਂ ਯਾਦ ਰੱਖਣੀ ਹੈ, ਪ੍ਰਿਥਵੀ ਰਾਜ ਚੌਹਾਨ ਦੀ ਲਾਈਫ ਦੇ ਉੱਤੇ ਕਿਤਾਬ ਹੈ ਜੀ ਜਿਹਦਾ ਨਾਮ ਹੈਗਾ ਜੀ ਪ੍ਰਿਥਵੀ ਰਾਜ ਰਾਸੋ। ਪ੍ਰਿਥਵੀ ਰਾਜ ਰਾਸੋ ਕਿਹਨੇ ਲਿਖਿਆ ਜੀ, ਤਾਂ ਕਿਹਨੇ ਲਿਖਿਆ ਜੀ, ਚੰਦ ਬਰਦਈ ਨੇ। ਚੰਦ ਬਰਦਈ ਯਾਦ ਰੱਖੋਗੇ, ਇੰਪੋਰਟੈਂਟ ਹੈ। ਠੀਕ ਹੈ ਜੀ ਗੱਲ। ਮਹਿਮੂਦ ਗਜਨਵੀ ਨੇ ਕਿੰਨੀਆਂ ਰੇਡਸ ਕੀਤੀਆਂ ਸੀ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ 17। ਤੁਸੀਂ ਕਿਹੜੇ ਕਿਹੜੇ ਹਮਲੇ ਯਾਦ ਰੱਖਣੇ ਜੀ, ਦੂਜਾ ਯਾਦ ਰੱਖਣਾ 6ਵਾਂ 16ਵਾਂ ਤੇ 17ਵਾਂ। ਦੂਜਾ ਕਦੋਂ ਹੋਇਆ ਜੀ, 1001 ਦੇ ਵਿੱਚ, 6ਵਾਂ 1008 ਦੇ ਵਿੱਚ, 16ਵਾਂ 1025 ਦੇ ਵਿੱਚ, 17ਵਾਂ 1026 ਦੇ ਵਿੱਚ। ਠੀਕ ਹੈ। 1030 ਦੇ ਵਿੱਚ ਡੈਥ ਹੋ ਜਾਂਦੀ ਹੈ। ਠੀਕ ਹੈ ਜੀ ਗੱਲ। ਤਾਂ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਮਹਿਮੂਦ ਗੌਰੀ ਜਦੋਂ ਜਿੱਤ ਗਿਆ ਜੀ, ਮੁਹੰਮਦ ਗੌਰੀ ਜਿੱਤ ਗਿਆ। ਠੀਕ ਹੈ ਜੀ। ਉਦੋਂ ਬਾਅਦ ਉਹਦੀ ਵੀ ਡੈਥ ਹੋ ਜਾਂਦੀ ਹੈ। ਤਾਂ ਉਦੋਂ ਬਾਅਦ ਜਿਹੜਾ ਮਤਲਬ ਸਲਤਨਤ ਸਟਾਰਟ ਹੁੰਦੀ ਹੈ, ਕਿਹੜੀ ਸਟਾਰਟ ਹੁੰਦੀ ਹੈ ਜੀ, ਦਿੱਲੀ ਸਲਤਨਤ ਸਟਾਰਟ ਹੁੰਦੀ ਹੈ, ਜਿਹਦੇ ਵਿੱਚ ਕੀ ਹੈ ਜੀ ਮੁਹੰਮਦ ਗੌਰੀ ਦਾ ਜਿਹੜਾ ਗੁਲਾਮ ਹੈ ਜੀ, ਜਿਹਦਾ ਨਾਮ ਹੈਗਾ ਜੀ ਕੁਤਬਦੀਨ ਐਬਕ, ਉਹ ਕੀ ਹੈ ਜੀ ਰਾਜਾ ਬਣਦਾ, ਗੱਦੀ 'ਤੇ ਬਹਿੰਦਾ। ਠੀਕ ਹੈ। ਯਾਦ ਰੱਖਣੀ ਹੈ ਗੱਲ। ਇੱਕ ਗੱਲ ਹੋਰ ਯਾਦ ਰੱਖੋ ਜੀ ਮਹਿਮੂਦ ਗੌਰੀ ਬਾਰੇ, ਮੁਹੰਮਦ ਗੌਰੀ ਬਾਰੇ ਕੀ ਯਾਦ ਰੱਖਣੀ ਹੈ ਉਹ ਗੱਲ, ਮੁਹੰਮਦ ਗੌਰੀ ਦਾ ਇੱਕ ਕਮਾਂਡਰ ਇਨ ਚੀਫ ਸੀ ਜਿਹਦਾ ਨਾਮ ਸੀਗਾ ਜੀ ਬਖਤਿਆਰ ਖਿਲਜੀ। ਠੀਕ ਹੈ। ਉਹਨੇ ਕੀ ਕੀਤਾ ਸੀ, ਬਖਤਿਆਰ ਖਿਲਜੀ ਨੇ ਕੀ ਕੀਤਾ ਜੀ, ਨਾਲੰਦਾ ਯੂਨੀਵਰਸਿਟੀ ਤੁਸੀਂ ਸੁਣਿਆ ਹੋਊਗਾ, ਫਸਟ ਯੂਨੀਵਰਸਿਟੀ ਆਫ ਇੰਡੀਆ ਕਿਹੜੀ ਸੀ, ਨਾਲੰਦਾ ਸੀਗੀ। ਠੀਕ ਹੈ। ਅਤੇ ਇੱਕ ਵਿਕਰਮਸ਼ਿਲਾ ਯੂਨੀਵਰਸਿਟੀ, ਦੋਨੇ ਯਾਦ ਰੱਖਿਓ, ਉਹ ਢਵਾਤੀਆਂ ਸੀਗੀਆਂ, ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਠੀਕ ਹੈ। ਕਿਹਨੇ, ਬਖਤਿਆਰ ਖਿਲਜੀ ਨੇ ਕਿਹਦਾ ਕਮਾਂਡਰ ਇਨ ਚੀਫ ਸੀਗਾ, ਤੁਸੀਂ ਕਹੋਗੇ ਜੀ ਮੁਹੰਮਦ ਗੌਰੀ ਦਾ। ਠੀਕ ਹੈ। ਨਾਲੰਦਾ ਯੂਨੀਵਰਸਿਟੀ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਿਹਨੇ ਬਣਾਈ ਸੀ, ਤੁਸੀਂ ਕਹੋਗੇ ਜੀ ਕੁਮਾਰ ਗੁਪਤ ਨੇ ਬਣਾਈ ਸੀ। ਠੀਕ ਹੈ ਜੀ ਗੱਲ। ਅਤੇ ਵਿਕਰਮਸ਼ਿਲਾ ਯੂਨੀਵਰਸਿਟੀ ਨਾਲੰਦਾ ਯੂਨੀਵਰਸਿਟੀ ਤੋਂ ਬਾਅਦ ਬਣੀ ਸੀ, ਤਾਂ ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਵਿਕਰਮਸ਼ਿਲਾ ਯੂਨੀਵਰਸਿਟੀ ਕਿਹਨੇ ਬਣਾਈ ਸੀ। ਚਲੋ ਮੈਂ ਦੱਸ ਹੀ ਦਿੰਦਾ, ਵਿਕਰਮਸ਼ਿਲਾ ਯੂਨੀਵਰਸਿਟੀ ਬਣਾਈ ਸੀ ਧਰਮਪਾਲ ਨੇ। ਪਾਲ ਵੰਸ਼ ਦਾ ਰਾਜਾ ਸੀਗਾ ਜੀ ਧਰਮਪਾਲ। ਇਹ ਵੀ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਤਾਂ ਤੁਹਾਨੂੰ ਕਾਫੀ ਫੈਕਟਸ ਨੇ ਜਿਹੜੇ ਉਹ ਦੱਸ ਚੁੱਕੇ ਹਾਂ ਜੀ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਵਾਜ਼ ਦਾ ਫਸਟ ਐਂਡ ਲਾਸਟ ਮੁਸਲਿਮ ਰੂਲਰ, ਠੀਕ ਹੈ, ਆਫ ਇੰਡੀਆ। ਮੁਸਲਿਮ ਵੂਮੈਨ ਰੂਲਰ ਆਉਣਾ ਸੀਗਾ ਜੀ ਇੱਥੇ। ਠੀਕ ਹੈ। ਮੁਸਲਿਮ ਵੂਮੈਨ ਰੂਲਰ ਆਫ ਮੈਡੀਵਲ ਇੰਡੀਆ, ਤਾਂ ਕੌਣ ਸੀ, ਰਜੀਆ ਸੁਲਤਾਨ। ਠੀਕ ਹੈ। ਥੋੜ੍ਹਾ ਜਿਹਾ ਮੈਂ ਤੁਹਾਨੂੰ ਸਮਝਾ ਦਿੰਦਾ ਜੀ ਰਜੀਆ ਸੁਲਤਾਨ ਦੇ ਬਾਰੇ। ਰਜੀਆ ਸੁਲਤਾਨ ਨੇ ਜਿਹੜਾ ਰਾਜ ਕੀਤਾ ਜੀ ਉਹ ਕਦੋਂ ਤੋਂ ਕਦੋਂ ਤੱਕ ਕੀਤਾ ਜੀ, 1236 ਤੋਂ 1240 ਤੱਕ ਕੀਤਾ ਜੀ। ਠੀਕ ਹੈ ਜੀ ਗੱਲ। ਕਿਉਂਕਿ ਇਹ ਇੱਕ ਔਰਤ ਸੀਗੇ, ਸੋ ਤਾਂ ਕਰਕੇ ਜਿਹੜੇ ਨੋਬਲਸ ਸੀਗੇ ਉਹ ਇਹਨੂੰ ਮਤਲਬ ਕੀ ਨਹੀਂ ਕਰਦੇ ਸੀਗੇ, ਪਸੰਦ ਨਹੀਂ ਕਰਦੇ ਸੀ ਵੀ ਇੱਕ ਔਰਤ ਆ ਜਿਹੜੀ ਅਸੀਂ ਉਹਦੀ ਰਹਿਨਮਾਈ ਦੇ ਹੇਠ ਕੀ ਹੈ ਜੀ ਮਤਲਬ ਚੱਲੀਏ। ਸੋ ਤਾਂ ਕਰਕੇ ਇਹਦੇ ਖਿਲਾਫ ਵਿਦਰੋਹ ਹੋ ਗਿਆ ਸੀਗਾ। ਬਠਿੰਡਾ ਦੇ ਵਿੱਚ ਇੱਕ ਵਿਦਰੋਹ ਹੋਇਆ ਸੀ ਜਿੱਥੇ ਕਿ ਕੌਣ ਸੀਗਾ ਜੀ, ਅਲਤੂਨੀਆ ਬਠਿੰਡੇ ਦਾ ਗਵਰਨਰ ਸੀ। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਆ। ਉਹਦੇ ਵਿਦਰੋਹ ਨੂੰ ਸ਼ਾਂਤ ਕਰਾਉਣ ਦੇ ਲਈ ਕੀ ਹੈ ਜੀ, ਰਜੀਆ ਸੁਲਤਾਨ ਬਠਿੰਡੇ ਦੇ ਵਿੱਚ ਆਈ ਹੈ। ਠੀਕ ਹੈ। ਸਾਰਿਆਂ ਨੂੰ ਕਿਲੇ ਦਾ ਇਤਿਹਾਸ ਪਤਾ ਹੀ ਹੋਊਗਾ ਜੀ। ਠੀਕ ਹੈ।
ਤੇ ਉਦੋਂ ਬਾਅਦ ਕੀ ਹੋਇਆ ਜੀ, ਉਦੋਂ ਬਾਅਦ ਅਲਤੂਨੀਆ ਨੇ ਰਜ਼ੀਆ ਸੁਲਤਾਨ ਦੇ ਨਾਲ ਵਿਆਹ ਕਰਵਾ ਲਿਆ ਤੇ ਉਦੋਂ ਬਾਅਦ ਉਹ ਰਾਹ ਦੇ ਵਿੱਚ ਕੈਥਲ ਦੇ ਵਿੱਚ ਉਹਨਾਂ ਦੋਨਾਂ ਨੂੰ ਕੀ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ। ਠੀਕ ਹੈ ਜੀ ਗੱਲ। ਹੁਣ ਆਪਾਂ ਕੀ ਯਾਦ ਰੱਖ ਸਕਦੇ ਹਾਂ ਜੀ, ਰਜ਼ੀਆ ਸੁਲਤਾਨ ਨੇ ਕੀ ਕੀਤਾ ਸੀਗਾ ਜੀ, ਇਹ ਮੇਲ ਅਟਾਇਰ ਪਾਉਂਦੀ ਸੀ, ਮਤਲਬ ਬੰਦਿਆਂ ਵਰਗੇ ਕੱਪੜੇ ਪਾਉਂਦੇ ਸੀਗੇ। ਠੀਕ ਹੈ, ਰਜ਼ੀਆ ਸੁਲਤਾਨ। ਠੀਕ ਹੈ, ਤੇ ਇਹਨੇ ਪਰਦਾ ਸਿਸਟਮ ਸੀਗਾ ਜਿਹੜਾ ਉਹ ਹਟਾਤਾ ਸੀਗਾ। ਠੀਕ ਹੈ ਜੀ ਗੱਲ। ਤੇ ਉਦੋਂ ਬਾਅਦ ਆਪਾਂ ਯਾਦ ਰੱਖਦੇ ਹਾਂ, ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਕਹਾਣੀ ਸਮਝਾ ਸਕਦਾ ਜਿੰਨਾ ਕੁ ਮੇਰੇ ਕੋਲ ਸਮਾਂ ਹੈਗਾ। ਦੇਖੋ, ਦਿੱਲੀ ਸਲਤਨਤ ਦੇ ਫਾਊਂਡਰ ਕੌਣ ਸੀਗੇ, ਤਾਂ ਤੁਸੀਂ ਕਹੋਗੇ ਜੀ ਕੁਤਬਦੀਨ ਐਬਕ ਸੀਗੇ। ਕੁਤਬਦੀਨ ਐਬਕ ਤੋਂ ਬਾਅਦ ਰਾਜਾ ਕੌਣ ਬਣਿਆ, ਤੁਸੀਂ ਕਹੋਗੇ ਜੀ ਆਰਾਮ ਸ਼ਾਹ। ਕਈ ਬੱਚੇ ਕਹਿੰਦੇ ਨੇ ਕੁਤਬਦੀਨ ਐਬਕ ਤੋਂ ਬਾਅਦ ਕੌਣ ਬਣਿਆ, ਕਹਿੰਦੇ ਨੇ ਇਲਤੁਤਮਿਸ਼, ਕਿਉਂਕਿ ਕਿਤਾਬਾਂ ਦੇ ਵਿੱਚ ਬੇਸਿਕਲੀ ਕੀ ਲਿਖਿਆ ਹੁੰਦਾ ਹੈਗਾ, ਕਿਉਂਕਿ ਆਰਾਮ ਸ਼ਾਹ ਦਾ ਕੋਈ ਕੰਮ ਨਹੀਂ ਹੈਗਾ ਹਿਸਟਰੀ ਦੇ ਵਿੱਚ, ਤਾਂ ਕਰਕੇ ਆਰਾਮ ਸ਼ਾਹ ਨੂੰ ਘੱਟ ਪੜ੍ਹਿਆ ਜਾਂਦਾ ਹੈ। ਇਲਤੁਤਮਿਸ਼ ਉਦੋਂ ਬਾਅਦ ਸਿੱਧਾ ਆ ਜਾਂਦਾ। ਠੀਕ ਹੈ ਜੀ ਗੱਲ। ਤਾਂ ਯਾਦ ਰੱਖੋਗੇ, ਇਹ ਟ੍ਰਿਕੀ ਕੁਐਸਚਨ ਹੈ। ਕੁਤਬਦੀਨ ਐਬਕ ਤੋਂ ਬਾਅਦ ਕੌਣ ਬਣਿਆ ਜੀ, ਆਰਾਮ ਸ਼ਾਹ। ਆਰਾਮ ਸ਼ਾਹ ਤੋਂ ਬਾਅਦ ਕੌਣ ਬਣਿਆ ਜੀ, ਇਲਤੁਤਮਿਸ਼। ਇਲਤੁਤਮਿਸ਼ ਤੋਂ ਬਾਅਦ ਕੌਣ ਬਣਿਆ ਜੀ, ਤਾਂ ਉਹ ਵੀ ਤੁਸੀਂ ਯਾਦ ਰੱਖਣਾ, ਰੁਕਨੂਦੀਨ ਫਿਰੋਜ਼। ਠੀਕ ਹੈ ਜੀ ਗੱਲ। ਉਦੋਂ ਬਾਅਦ ਰਜ਼ੀਆ ਸੁਲਤਾਨ ਬਣੀ ਹੈ, ਕਿਉਂਕਿ ਆਰਾਮ ਸ਼ਾਹ ਆਰਾਮ ਕਰਦਾ ਹੀ ਰਹਿ ਗਿਆ, ਤਾਂ ਕਰਕੇ ਕੀ ਕੀਤਾ ਜੀ, ਇਲਤੁਤਮਿਸ਼ ਸੀਗਾ ਜਿਹੜਾ ਉਹ ਮਤਲਬ ਰਾਜਾ ਬਣ ਗਿਆ ਸੀਗਾ। ਇਲਤੁਤਮਿਸ਼ ਨੂੰ ਕੀ ਕਿਹਾ ਜਾਂਦਾ ਜੀ, ਇੱਥੇ ਦੱਸਦਾ ਜੀ ਮੈਂ ਤੁਹਾਨੂੰ, ਇਲਤੁਤਮਿਸ਼ ਨੂੰ ਕੀ ਕਿਹਾ ਜਾਂਦਾ ਜੀ, ਰੀਅਲ ਫਾਊਂਡਰ ਆਫ ਦਿੱਲੀ ਸਲਤਨਤ। ਪੇਪਰ ਦੇ ਵਿੱਚ ਪੁੱਛ ਲੈਣਾ, ਰੀਅਲ ਫਾਊਂਡਰ ਆਫ ਦਿੱਲੀ ਸਲਤਨਤ ਕਿਹਨੂੰ ਕਿਹਾ ਜਾਂਦਾ ਜੀ, ਇਲਤੁਤਮਿਸ਼ ਨੂੰ ਕਿਹਾ ਜਾਂਦਾ ਹੈ। ਇਹਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ ਜੀ, ਸਲੇਵ ਆਫ ਸਲੇਵਸ। ਠੀਕ ਹੈ ਜੀ ਗੱਲ। ਦਾਸੀਆਂ ਦਾ ਵੀ ਦਾਸੀ ਕਿਹਾ ਜਾਂਦਾ। ਇਹਨੇ ਦੋ ਮਤਲਬ ਟੋਕਨਸ ਸੀਗੇ ਜਿਹੜੇ ਉਹ ਇੰਟਰੋਡਿਊਸ ਕੀਤੇ ਸੀਗੇ ਜੀ, ਸਿਲਵਰ ਜਿਹਨੂੰ ਕਹਿੰਦੇ ਜੀ ਟੰਕਾ, ਇੱਕ ਕੀ ਸੀਗਾ ਜੀ ਕਾਪਰ ਜਿਹਨੂੰ ਕਹਿੰਦੇ ਜੀ ਆਪਾਂ ਜਿੱਤਲ। ਠੀਕ ਹੈ ਜੀ ਗੱਲ। ਇੱਕ ਇਹਨੂੰ ਫਾਦਰ, ਆਹ ਸੁਪਰ ਇੰਪੋਰਟੈਂਟ ਹੈ ਜੀ, ਫਾਦਰ ਆਫ ਟੋਂਬ ਬਿਲਡਿੰਗ ਕਿਹਨੂੰ ਕਿਹਾ ਜਾਂਦਾ ਜੀ, ਤਾਂ ਉਹ ਕਿਹਨੂੰ ਕਿਹਾ ਜਾਂਦਾ ਜੀ, ਇਲਤੁਤਮਿਸ਼ ਨੂੰ। ਕਿੱਥੇ ਬਣਾਈ ਸੀ ਸਾਰਿਆਂ ਨਾਲੋਂ ਪਹਿਲੀ ਟੋਂਬ, ਠੀਕ ਹੈ, ਤਾਂ ਉਹ ਬਣਾਈ ਸੀ ਜੀ ਸੁਲਤਾਨਗੜ੍ਹੀ ਦੇ ਵਿੱਚ। ਠੀਕ ਹੈ, ਤਾਂ ਇੰਨੀਆਂ ਗੱਲਾਂ ਤੁਸੀਂ ਯਾਦ ਰੱਖ ਲਓਗੇ। ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ, ਬਲਬਨ। ਬਲਬਨ ਆਪਸ਼ਨ ਦੇ ਵਿੱਚ ਪਿਆ ਜੀ। ਬਲਬਨ ਦਾ ਜਿਹੜਾ ਰਾਜ ਆ ਉਹ ਕਦੋਂ ਤੋਂ ਕਦੋਂ ਤੱਕ ਹੈ ਜੀ, 1266 ਤੋਂ 1287 ਤੱਕ ਬਲਬਨ ਰਿਹਾ ਹੈ ਜੀ। ਇਹਨੇ ਦੋ ਡਿਪਾਰਟਮੈਂਟਸ ਇੰਟਰੋਡਿਊਸ ਕੀਤੇ ਸੀ, ਕਿਹੜੇ ਕਿਹੜੇ ਜੀ, ਦੀਵਾਨ ਏ ਅਰਜ, ਇੱਕ ਡਿਪਾਰਟਮੈਂਟ ਸੀਗਾ ਜੀ ਦੀਵਾਨ ਏ ਵਜ਼ਾਰਤ। ਦੀਵਾਨ ਏ ਅਰਜ ਕਾਹਦਾ ਸੀਗਾ ਜੀ, ਮਿਲਟਰੀ ਡਿਪਾਰਟਮੈਂਟ ਸੀਗਾ। ਦੀਵਾਨ ਏ ਵਜ਼ਾਰਤ ਕਿਹੜਾ ਸੀਗਾ ਜੀ, ਫਾਈਨਾਂਸ ਡਿਪਾਰਟਮੈਂਟ, ਮਤਲਬ ਪੈਸੇ ਵਾਲਾ ਡਿਪਾਰਟਮੈਂਟ। ਦੋਨਾਂ ਨੂੰ ਅਲੱਗ-ਅਲੱਗ ਕਰਤਾ ਸੀਗਾ। ਹੋਰ ਪੇਪਰ 'ਚ ਪੁੱਛ ਲੈਣਗੇ, ਸਿਜਦਾ ਕਿਹਨੇ ਇੰਟਰੋਡਿਊਸ ਕੀਤਾ, ਤਾਂ ਤੁਸੀਂ ਕਹੋਗੇ ਜੀ ਬਲਬਨ ਨੇ ਕੀਤਾ। ਠੀਕ ਹੈ, ਤੇ ਇੱਕ ਪੈਬੋਸ, ਠੀਕ ਹੈ, ਉਹ ਵੀ ਕਿਹਨੇ ਕੀਤਾ ਜੀ, ਬਲਬਨ ਨੇ ਕੀਤਾ। ਠੀਕ ਹੈ, ਇੱਕ ਇਹ ਆਪਣੇ ਆਪ ਨੂੰ ਕੀ ਅਖਵਾਉਂਦਾ ਸੀਗਾ ਜੀ, ਜਿਲ ਏ ਇਲਾਹੀ। ਜਿਲ ਏ ਇਲਾਹੀ ਦਾ ਮਤਲਬ ਕੀ ਹੈ ਜੀ, ਸ਼ੈਡੋ ਆਫ ਗੋਡ, ਮਤਲਬ ਗੋਡ ਦਾ ਪਰਛਾਵਾਂ ਕਹਾਉਂਦਾ ਸੀ ਆਪਣੇ ਆਪ ਨੂੰ। ਜਿਲ ਏ ਇਲਾਹੀ ਨੂੰ ਕਨਫਿਊਜ਼ ਨਾ ਕਰ ਜਿਓ ਕਿਹਦੇ ਨਾਲ ਜੀ, ਦੀਨ ਏ ਇਲਾਹੀ ਦੇ ਨਾਲ। ਠੀਕ ਹੈ, ਦੀਨ ਏ ਇਲਾਹੀ ਸੀਗਾ ਜਿਹੜਾ ਉਹ ਅਕਬਰ ਨੇ ਇੱਕ ਧਰਮ ਚਲਾਇਆ ਸੀਗਾ। ਠੀਕ ਹੈ, ਉਹ ਅਕਬਰ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਬਲਬਨ ਵੀ ਹੋ ਗਿਆ। ਠੀਕ ਹੈ, ਉਦੋਂ ਬਾਅਦ ਆਪਾਂ ਕੀ ਯਾਦ ਰੱਖ ਸਕਦੇ ਹਾਂ ਜੀ, ਇੰਦਰਾ ਗਾਂਧੀ। ਇੰਦਰਾ ਗਾਂਧੀ ਬਾਰੇ ਤੁਸੀਂ ਜਾਣਦੇ ਹੀ ਹੋ ਵੀ ਫਸਟ ਵੂਮੈਨ PM ਆਫ ਇੰਡੀਆ ਸੀਗੇ। ਠੀਕ ਹੈ ਜੀ ਗੱਲ। ਤਾਂ ਬਸ ਕਾਫੀ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਥਰੈਟੀਕਲੀ ਵੀ ਦੱਸ ਸਕਿਆ ਅਤੇ ਮਤਲਬ ਕੁਐਸਚਨ ਦੇ ਰੂਪ ਦੇ ਵਿੱਚ ਵੀ ਦੱਸ ਸਕਿਆ ਵੀ ਕਿੰਨੇ ਕੁਐਸਚਨ ਨੇ ਜਿਹੜੇ ਉਹ ਬਣ ਸਕਦੇ ਨੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਵਾਜ਼ ਸਕਸੀਡਡ ਬਾਏ ਇਲਤੁਤਮਿਸ਼। ਇਲਤੁਤਮਿਸ਼ ਤੋਂ ਬਾਅਦ ਇਲਤੁਤਮਿਸ਼ ਨੂੰ ਕਿਹਨੇ ਸਕਸੀਡ ਕੀਤਾ। ਠੀਕ ਹੈ ਜੀ ਗੱਲ। ਤਾਂ ਬਹੁਤੇ ਬੱਚੇ ਕੀ 'ਤੇ ਲਾ ਕੇ ਆਉਣਗੇ, ਰਜ਼ੀਆ ਸੁਲਤਾਨ 'ਤੇ ਲਾ ਕੇ ਆਉਣਗੇ, ਪਰ ਗਲਤ ਹੋ ਜੂਗਾ। ਇਸ ਤੋਂ ਬਾਅਦ ਜਿਹੜਾ ਰਾਜਾ ਬਣਿਆ ਸੀ, ਕੌਣ ਬਣਿਆ ਸੀ, ਰੁਕਨੂਦੀਨ ਫਿਰੋਜ਼ ਬਣਿਆ ਸੀ, ਜਿਹਦਾ ਕੰਮ ਸਾਰਾ ਉਹਦੀ ਮਾਤਾ ਕੌਣ ਸਾਂਭਦੀ ਸੀ ਜੀ, ਸ਼ਾਹ ਤੁਰਕਾਨ ਸਾਂਭਦੀ ਸੀ। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਨੇ। ਇਹ ਸਿਰਫ ਨਾਮ ਦਾ ਹੀ ਰਾਜਾ ਸੀਗਾ ਰੁਕਨੂਦੀਨ ਫਿਰੋਜ਼, ਤਾਂ ਕਰਕੇ ਕੀ ਹੈ ਜੀ, ਰਜ਼ੀਆ ਸੁਲਤਾਨ ਹੈ ਜਿਹੜੀ ਉਹ ਕੀ ਹੈਗੀ, ਗੱਦੀ ਦੇ ਉੱਤੇ ਬੈਠ ਚੁੱਕੀ ਹੈ। ਫਸਟ ਵੂਮੈਨ ਮੁਸਲਿਮ ਰੂਲਰ ਆਫ ਇੰਡੀਆ, ਮਿਡੀਵਲ ਇੰਡੀਆ ਦੀ। ਠੀਕ ਹੈ, ਯਾਦ ਰੱਖੋਗੇ। ਪਰਦਾ ਸਿਸਟਮ ਹਟਾਤਾ ਸੀ, ਮੇਲ ਅਟਾਇਰ ਪਹਿਨਦੀ ਸੀ, ਮਤਲਬ ਬੰਦਿਆਂ ਵਾਲੇ ਕੱਪੜੇ ਪਹਿਨਦੀ ਸੀ। ਠੀਕ ਹੈ ਜੀ ਗੱਲ। ਅਲਤੂਨੀਆ ਬਠਿੰਡੇ ਦਾ ਗਵਰਨਰ ਸੀ, ਉਹਨੇ ਵਿਦਰੋਹ ਕਰਤਾ ਸੀ, ਉਹ ਵਿਦਰੋਹ ਸ਼ਾਂਤ ਕਰਾਉਣ ਦੇ ਲਈ ਉਹ ਬਠਿੰਡੇ ਆਈ ਸੀ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਬਸ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ। ਅਲਾਊਦੀਨ ਖਿਲਜੀ ਆਪਸ਼ਨ ਦੇ ਵਿੱਚ ਪਿਆ ਜੀ। ਅਲਾਊਦੀਨ ਖਿਲਜੀ ਜਿਹੜਾ ਉਹ ਰਿਹਾ ਕਦੋਂ ਤੋਂ ਕਦੋਂ ਤੱਕ ਹੈ ਜੀ, 1296 ਤੋਂ 1316 ਤੱਕ ਅਲਾਊਦੀਨ ਖਿਲਜੀ ਦਾ ਰਾਜ ਰਿਹਾ ਜੀ। ਠੀਕ ਹੈ, ਅਲਾਊਦੀਨ ਖਿਲਜੀ ਨੇ ਕੀ ਕੀਤਾ ਜੀ, ਵਿਸ਼ਵਾ ਸਿਸਟਮ ਇੰਟਰੋਡਿਊਸ ਕੀਤਾ ਜੀ। ਠੀਕ ਹੈ, ਇਹਨੇ ਦਾਗ ਚਿਹਰਾ, ਦਾਗ ਕੀ ਸੀਗਾ ਜੀ, ਹੌਰਸ ਨੇ ਜਿਹੜੇ ਉਹਨਾਂ ਦੀ ਬ੍ਰੈਂਡਿੰਗ ਵਾਸਤੇ ਸੀ। ਚਿਹਰਾ ਕੀ ਸੀ, ਸੋਲਜਰਸ ਦੀ ਪਛਾਣ ਪੱਤਰ ਰੱਖਣ ਵਾਸਤੇ। ਠੀਕ ਹੈ ਜੀ ਗੱਲ। ਅਲਾਊਦੀਨ ਖਿਲਜੀ ਆਪਾਂ ਹੋਰ ਕੀ ਯਾਦ ਰੱਖ ਸਕਦੇ ਹਾਂ, ਅਲਾਊਦੀਨ ਖਿਲਜੀ ਸੀ ਜਿਹੜਾ ਉਹ ਨੋਬਲਸ ਨੂੰ ਕੀ ਕਰਦਾ ਸੀਗਾ, ਬਹੁਤ ਸਖਤ ਸਜ਼ਾਵਾਂ ਦਿੰਦਾ ਸੀ, ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹਨੇ ਕੀ ਨਹੀਂ ਕੀਤਾ ਸੀਗਾ, ਬਖਸ਼ਿਆ ਨਹੀਂ ਸੀਗਾ।
ठीक है जी गल। सारे नालों पहली जिहड़ी मतलब अलाउद्दीन खिलजी की रेड सी वो कित्थे सी जी, गुजरात दे विच सी। ठीक है, याद रखोगे। ठीक है, तो गुजरात तो ही अलाउद्दीन खिलजी ने की कीता सी, मलिक कफूर नूं लिया सीगा। ठीक है जी गल, चक्किया सीगा। ते मलिक कफूर नूं होर किहड़े नाल जाणिया जांदा जी, हज़ार दिनारी कहा जाता है। ध्यान रखोगे, सारियां गल्लां ये इंपॉर्टेंट ने। तो यदा जिहड़ा सही आंसर आ जाऊगा जो कि आ जाऊगा जी रुकनुद्दीन फिरोज़। इल्तुतमिश के बारे आपां जे डिस्कशन करनी है तो कर सकते हैं। 1211 तो लैके 1236 तक कौन रहा जी, इल्तुतमिश रहा है। इनू स्लेव ऑफ स्लेव्स कहा जाता है। ठीक है, दासियां का भी दासी कहा जाता है जी। रियल फाउंडर भी कहा जाता है दिल्ली सल्तनत का। ठीक है जी, तो इन्हें सिल्वर जिन्हों टंका कहते ते कॉपर दो मतलब कि जी इंट्रोड्यूस किए सीगे सिक्के। ठीक है जी गल। तो होर आपां की कह सकते हैं जी इस दे नाल संबंधित सुल्तानगढ़ी दे विच मतलब की कीता सी, पहली टॉम बिल्डिंग बनाई सी फादर ऑफ, तां करके इहनूं की कहा जाता जी, टॉम्ब बिल्डिंग कहा जाता है। ठीक है, तो चलते हैं नैक्सट क्वेश्चन वाल। हू इंट्रोड्यूसड विश्वा सिस्टम। विश्वा सिस्टम सीगा जिहड़ा वो किने इंट्रोड्यूस किया। अजकल आपां नूं हैगा ना जमीन आपां मापदे हैं भी ये 3 विस्वे जगह ਜਾਂ 4 विस्वे जगह 5 विस्वे जगह। ठीक है जी गल। तो वो सिस्टम सीगा जिहड़ा किने इंट्रोड्यूस किया सीगा जी, अलाउद्दीन खिलजी ने इंट्रोड्यूस किया सी। हुण मैं तुहानूं थोड़ा जिहा खिलजी वंश के बारे समझा दिंदा जी। खिलजी वंश ने कदों तो कदों तक राज किया जी, 1290 तो लैके 1320 तक मतलब कि खिलजी वंश जिहड़ा हो रहा है। 1290 तो लैके 96 तक कौन सीगा खिलजी वंश का जिहड़ा फाउंडर सी, कौन सी, जलालुद्दीन खिलजी। ठीक है जी गल। 1290 तो लैके 1296 तक जलालुद्दीन खिलजी रहा। 1296 तो लैके 1316 तक कौन रहा जी, अलाउद्दीन खिलजी रहा। अलाउद्दीन खिलजी बारे मैं तुहानूं थोड़ा दस दिना जी। गुजरात दे विच पहली मतलब की है जी इहदी एक्सपीडिशन सी। एक्सपीडिशन मतलब हमला सीगा। उत्थों दी प्रिंसिस सीगी जिहदा नाम सीगा जी कमला देवी। कमला देवी दी की सीगी जी, उत्थों के राजे की वाइफ सीगी कमला देवी, उहदे नाल इहने ब्याह करवा लिया सीगा। ठीक है जी गल। तो गुजरात तो ही की कीता सीगा जी उन्हें, मलिक कफूर नूं की कीता सीगा, कैप्चर किया सीगा। मलिक कफूर का होर की नाम है जी, हज़ार दिनारी कहा जाता है इनू। ठीक है, अलाउद्दीन खिलजी ने की कीता सीगा जी, एक आपां कहने पहला सुल्तान जिहड़ा अपनी आर्मी नूं की करदा सीगा, कैश दे विच पे करदा सीगा जी। ठीक है, तो परमानेंट उहदे कोल आर्मी सी, ते आपदी आर्मी नूं की करदा सीगा, कैश दे विच पे करदा सी, अलाउद्दीन खिलजी करदा सी। ठीक है जी गल। पेपर दे विच एक क्वेश्चन होर पुछ लैंदे ने कि प्रॉपर मार्केट दे उत्ते कंट्रोल किहदा सीगा। मार्केट दे उत्ते कंट्रोल किहदा सीगा जी, अलाउद्दीन खिलजी दा सीगा। अलाउद्दीन खिलजी दा जिहड़ा असली नाम है जी वो की है जी, ये भी नहीं तुसीं भुल्लना, अली गुरशप। अली गुरशप की नाम है जी, अलाउद्दीन खिलजी का। जलालुद्दीन खिलजी भी दस चुके हैं जी। सिकंदर लोधी। सिकंदर लोधी किहदे तो बाद आया जी, बहलौल लोधी पहला आया जी, लोधी वंश का फाउंडर सीगा। उदों बाद सिकंदर लोधी आया जी, तो उदों बाद कौन आया जी, इब्राहिम लोधी। तीन राजे ने जिहड़े आपां लोधी वंश के याद रखांगे। ग्यासुद्दीन तुगलक। ग्यासुद्दीन तुगलक सीगा जिहड़ा वो कौन सीगा जी, तुगलक वंश का जिहड़ा फाउंडर सीगा। तुगलक वंश कदों तो कदों तक चलिया जी, 1320 तो लैके 1414 तक चलिया जी। ग्यासुद्दीन तुगलक ने काहदे ते काम कीता जी, बेसिकली कैनल्स जिहड़ियां नहरां हुंदियां ने ना, इहदे उत्ते बहुत काम कीता जी। ठीक है गल। तो इहने एक मतलब की कीता जी, तुगलकाबाद शहर वसाया सीगा। याद रखोगे, तुगलकाबाद शहर वसाया किहने वसाया जी, ग्यासुद्दीन तुगलक ने। नीयर कित्थे, दिल्ली दे कोले। ठीक है, तो इन्नियां गल्लां इहदे नाल संबंधित याद रख लिओ। अलाउद्दीन खिलजी की आ जाऊगा जी, इहदा सही आंसर आ जाऊगा। हू वाज द फाउंडर ऑफ लोधी डायनैसटी। लोधी वंश का फाउंडर कौन सी, तो तुसीं कहोगे जी बहलौल लोधी सीगे जिहड़े वो लोधी वंश के फाउंडर सीगे। ठीक है जी गल। लोधी वंश है जिहड़ा वो कदों तो कदों तक चलिया, तुसीं कहोगे जी 1451 तो 1526 तक लोधी वंश का रूल रहा। लोधी वंश के सारे नालों पहला जिहड़ा फाउंडर सी कौन सीगा जी, बहलौल लोधी। उदों बाद कौन आया जी, सिकंदर लोधी। फिर कौन आया जी, इब्राहिम लोधी। ठीक है जी गल। बहलौल लोधी का जे तुसीं ईयर भी याद रखना तो रख सकते हो जी, 1451 तो लैके 1499 तक। ठीक है, सिकंदर लोधी सीगा जिहड़ा 99 1499 तो लैके 1517 तक। 1517 तो लैके 1526 तक कौन सीगा जी, इब्राहिम लोधी सीगा। बहलौल लोधी कदे भी अपने मतलब गद्दी ते नहीं बैठा सी, वो हमेशा कारपेट्स ते अपने अमीनस दे नाल बहिंदा सीगा। ये भी गल तुसीं याद रखनी है। बहलौल लोधी ने किहड़े कॉइनस इशू किए सीगे जी, तुसीं कहोगे जी बहलौल कॉइनस किने कीते जी, बहलौल लोधी ने। लोधियां ने की वसाया जी, लुधियाना वसाया। ठीक है जी गल, तो ध्यान रखियो। उदों बाद आपां जे सिकंदर लोधी के बारे जानीए तो सिकंदर लोधी की सीगा, एक फैनेटिकल मुसलमान सीगा, मतलब कट्टड़ मुसलमान सीगा। ठीक है, ये गल तुसीं भुल्लनी नहीं हैगी। ठीक है, तो
ਪਹਿਲੀ ਅਫਗਾਨ ਡਾਇਨੈਸਟੀ ਭਾਰਤ ਦੀ ਕਿਹੜੀ ਸੀਗੀ, ਪੇਪਰ 'ਚ ਪੁੱਛ ਲੈਣਗੇ ਤਾਂ ਤੁਸੀਂ ਕਹੋਗੇ ਜੀ ਲੋਧੀ ਡਾਇਨੈਸਟੀ ਸੀਗੀ। ਠੀਕ ਹੈ, ਸਿਕੰਦਰ ਲੋਧੀ ਦਾ ਓਰੀਜਨਲ ਨੇਮ ਕੀ ਸੀਗਾ, ਨਿਜ਼ਾਮ ਖਾਨ ਸੀਗਾ। ਨਿਜ਼ਾਮ ਖਾਨ ਸੀਗਾ ਕਿਹਦਾ ਨਾਮ ਜੀ, ਸਿਕੰਦਰ ਲੋਧੀ ਦਾ। ਨਿਜ਼ਾਮ ਖਾਨ ਨੂੰ ਕਿਹਦੇ ਨਾਲ ਕਨਫਿਊਜ਼ ਨਾ ਕਰ ਜਿਓ, ਇਕੱਲੇ ਨਿਜ਼ਾਮ ਦੇ ਨਾਲ ਕਨਫਿਊਜ਼ ਨਾ ਕਰ ਜਿਓ। ਨਿਜ਼ਾਮ ਇੱਕ ਮਤਲਬ ਬੰਦਾ ਸੀਗਾ ਜਿਹਨੇ ਕੀ ਕੀਤਾ ਸੀਗਾ ਜੀ, ਹਮਾਯੂੰ ਨੂੰ ਕੀ ਕੀਤਾ ਸੀਗਾ, ਜਦੋਂ ਉਹਨੇ ਨਹਿਰ ਦੇ ਵਿੱਚ ਘੋੜੇ ਦੇ ਸਮੇਤ ਹੀ ਛਾਲ ਮਾਰਤੀ ਸੀ ਤਾਂ ਨਿਜ਼ਾਮ ਨੇ ਹਮਾਯੂੰ ਦੀ ਜਾਨ ਬਚਾਈ ਸੀ 1549 ਦੇ ਵਿੱਚ ਚੌਸਾ ਦੀ ਲੜਾਈ ਦੇ ਦੌਰਾਨ। ਠੀਕ ਹੈ ਜੀ ਗੱਲ। ਠੀਕ ਹੈ, ਤਾਂ ਹੋਰ ਆਪਾਂ ਕੀ ਜਾ ਰੱਖ ਸਕਦੇ ਹਾਂ, ਲੋਧੀ ਵੰਸ਼ ਤੋਂ ਕੀ ਚੱਲ ਪਿਆ ਜੀ, ਉਦੋਂ ਬਾਅਦ ਕੀ ਚੱਲ ਪਿਆ, ਮੁਗਲ ਅੰਪਾਇਰ ਹੈ ਜਿਹੜਾ ਉਹ ਚੱਲ ਪਿਆ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ ਬਹਿਲੋਲ ਲੋਧੀ ਸਹੀ ਆਨਸਰ ਹੈ। ਇੱਥੇ ਹੀ ਆਪਾਂ ਆਪਣੇ ਸੈਸ਼ਨ ਦਾ ਅੰਤ ਕਰਦੇ ਹਾਂ। ਠੀਕ ਹੈ ਜੀ, ਅੱਜ ਮੈਂ ਥੋੜ੍ਹੇ ਜਿਹੇ ਕੁਐਸਚਨ ਲੈ ਕੇ ਆਇਆ। ਕੋਸ਼ਿਸ਼ ਕਰੂੰਗਾ ਵੀ ਇਸ ਤੋਂ ਬਾਅਦ ਆਪਾਂ ਕੀ ਕਰੀਏ ਜੀ, ਟੌਪ ਲੈਵਲ ਦੇ ਮੈਂ ਤੁਹਾਨੂੰ ਜਿਹੜੀ GK ਹੈ ਸਾਰੀ ਕਰਵਾ ਦੂੰਗਾ। ਠੀਕ ਹੈ, ਤੁਹਾਡਾ ਕੰਮ ਹੈ ਜਿਹੜਾ ਉਹ ਕੀ ਹੈ, ਸਿਰਫ ਅਤੇ ਸਿਰਫ ਪੜ੍ਹਨਾ ਹੈ, ਆਪਦਾ ਮਿਹਨਤ ਦੇ ਨਾਲ ਪੜ੍ਹਦੇ ਚੱਲੋ। ਠੀਕ ਹੈ, ਜੇ ਕੋਈ ਪੁਆਇੰਟ ਨਵਾਂ ਮਿਲਦਾ ਆਪਦੀ ਕਾਪੀ ਦੇ ਉੱਤੇ, ਬੁੱਕ ਦੇ ਉੱਤੇ, ਜਿੱਥੇ ਵੀ ਤੁਸੀਂ ਪੜ੍ਹ ਰਹੇ ਹੋ ਉੱਥੇ ਨੋਟ ਕਰ ਲਓ ਉਸ ਬੰਦੇ ਦੇ ਨਾਲ ਸੰਬੰਧਿਤ। ਸੋ ਰਿਵੀਜ਼ਨ ਕਰੀ ਚੱਲੋ ਪ੍ਰੋਪਰ, ਪਹਿਲਾਂ ਥਿਊਰੀ ਪੜ੍ਹੋ ਘੰਟਾ, ਉਦੋਂ ਬਾਅਦ ਆਪਣੇ ਮੌਕ ਟੈਸਟ ਨੇ ਜਿਹੜੇ ਉਹ ਲਾਓ ਅਤੇ ਆਪਣੇ ਦੋਸਤਾਂ ਦੇ ਵਿੱਚ ਇਸ ਮੌਕ ਟੈਸਟ ਨੂੰ ਸ਼ੇਅਰ ਕਰੋ। ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ, ਕਮੈਂਟ ਕਰਨਾ ਤਾਂ ਨਾ ਭੁੱਲਿਆ ਕਰੋ। ਤੁਹਾਡੀ ਮੋਟੀਵੇਸ਼ਨ ਹੈ ਜਿਹੜੀ ਉਹ ਬਹੁਤ ਹੈਲਪ ਕਰਦੀ ਹੈ, ਬਹੁਤ ਇੱਕ ਜਾਨ ਪਾ ਆਉਂਦੀ ਹੈ ਬੰਦੇ ਦੇ ਵਿੱਚ, ਕਿ ਐਂ ਲੱਗਦਾ ਵੀ ਇਸ ਤੋਂ ਬਾਅਦ ਹੋਰ ਵੀ ਆਪਾਂ ਵਧੀਆ ਕੁਐਸਚਨਸ ਨੇ ਜਿਹੜੇ ਉਹ ਲੈ ਕੇ ਆਈਏ। ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।